ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹਿ ਉਚਾਰੀ। ਦੁਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਭੂਖ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪੁਰਾਵਰਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰੁਣਾ ਤੇ ਵਡਿਆਗੀ, ਪਾਵਹਿ ਗਤ ਵਿਸਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੁ ਰਹੇ ਲੋਕ ਵਿਲ ਲਾਏ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੁ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ। ਵਿਚਹੁ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ। ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ। ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਜਿਸ ਦਾ ਜੀਉ ਤਿਸ ਮਿਲ ਰਹੈ। ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ। ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ
ਸਤਿਗੁਰਾਂ ਦੀ ਸਾਜੀ ਨਵਾਜੀ। ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਇਸ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਹੋਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਔਰ ਪੰਜ ਬਾਣੀਆਂ ਦਾ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰ ਜਸ ਔਰ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਵਿਚਾਰ ਲੜੀਵਾਰ ਜੋ ਚੱਲ ਰਹੀ ਹੈ। ਸ੍ਰੀ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ 920 ਅੰਗ ਤੇ ਪਹੁੰਚੀ ਹੈ ਔਰ ਐਸੀ ਬਾਣੀ ਜੋ ਅੰਮ੍ਰਿਤ ਦੀਆਂ ਪੰਜ ਬਾਣੀਆਂ ਵਿੱਚ ਵੀ ਮਹਾਰਾਜ ਨੇ ਇਸ ਬਾਣੀ ਨੂੰ ਸਨਮਾਨ ਬਖਸ਼ਿਆ ਹੈ ਔਰ ਕੜਾਹ ਪ੍ਰਸ਼ਾਦ ਦੀ ਦੇਗ ਸਜਾਉਣ ਵੇਲੇ ਵੀ ਸ੍ਰੀ ਜਪਜੀ ਸਾਹਿਬ ਆਨੰਦ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ ਔਰ ਨਿਤਨੇਮ ਵਿੱਚ ਵੀ ਪਾਠਾਂ ਦੇ ਭੋਗ ਸਮੇਂ ਹਰ ਕਾਰਜ ਦੀ ਸੰਪੂਰਨਤਾ ਵੇਲੇ ਇਸ ਪਵਿੱਤਰ ਬਾਣੀ ਦਾ ਪਾਠ ਕੀਰਤਨ ਕੀਤਾ ਜਾਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ 40 ਪੌੜੀਆਂ ਇਸ ਬਾਣੀ ਵਿੱਚ ਰੱਖੀਆਂ ਹਨ। ਅੱਜ ਦੀ ਜੋ ਵਿਚਾਰ ਹੈ ਉਹ ਇਸ ਨਿਤਨੇਮ ਦੀ 30ਵੀਂ ਪੌੜੀ ਹੈ, ਜਿਸ ਦੀ ਵਿਚਾਰ ਸਰਵਣ ਕਰਨੀ ਹੈ। ਸੋ ਸਾਰੀਆਂ ਸੰਗਤਾਂ ਮਨਵਿਰਤੀ ਦੀ ਇਕਾਗਰਤਾ ਵਾਸਤੇ ਰਸਨਾ ਦੀ ਪਵਿੱਤਰਤਾ ਲਈ ਗਜ ਵਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਹਰ ਆਪ ਅਮੁੱਲਕ ਹੈ। ਨਿਰੰਕਾਰ ਪਰਮੇਸ਼ਰ ਦੇ ਬਾਰੇ ਗੁਰੂ ਮਹਾਰਾਜ ਇਸ ਪੌੜੀ ਵਿੱਚ ਵਿਚਾਰ ਬਖਸ਼ਦੇ ਹਨ। ਸ੍ਰੀ ਜਪਜੀ ਸਾਹਿਬ ਜੀ ਦੇ ਅੰਦਰ ਇੱਕ ਪੂਰੀ ਪੌੜੀ ਅਮੁੱਲ ਸ਼ਬਦ ਦੇ ਉੱਤੇ ਹੀ ਮਹਾਰਾਜ ਨੇ ਲਿਖੀ ਹੈ। ਅਮੁੱਲ ਗੁਣ ਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ। ਇਹ ਸਾਰੀ ਪੌੜੀ ਵਿੱਚ ਇਸ ਅੱਖਰ ਦੀ ਅਮੁੱਲ ਸ਼ਬਦ ਦੀ ਵਿਆਖਿਆ ਕੀਤੀ ਹੈ, ਕਿਉਂਕਿ ਬਾਕੀ ਚੀਜ਼ਾਂ ਸਾਰੀਆਂ ਮੁੱਲ ਵਿੱਚ ਮਿਲ ਜਾਂਦੀਆਂ ਹਨ। ਅਮੋਲਕ ਚੀਜ਼ ਪਰਮੇਸ਼ਰ ਦਾ ਨਾਮ ਹੈ ਜਾਂ ਉਹ ਆਪ ਅਮੋਲਕ ਹੈ, ਉਹਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ। ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿੱਖੀ ਹੈ ਇਹ ਵੀ ਬੜੀ ਅਮੋਲਕ ਹੈ, ਕਿਉਂਕਿ ਇਹ ਚੀਜ਼ ਬਾਜ਼ਾਰ 'ਚੋਂ ਮਿਲਣ ਵਾਲੀ ਤੇ ਹੈ ਨਹੀਂ ਕਿ ਜੇ ਇਹ ਮੁੱਲ ਮਿਲਣ ਵਾਲੀ ਵਸਤੂ ਹੁੰਦੀ ਇਹਦਾ ਜਿੰਨੇ ਅਮੀਰ ਸੀ ਨਾ ਉਹ ਸਾਰਿਆਂ ਨੇ ਸਿੱਖੀ ਜਿਹੜੀ ਸੀ ਮੁੱਲ ਖਰੀਦ ਲੈਣੀ ਸੀ।
ਇਹ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਜਿਹੜੇ ਸਾਨੂੰ ਸਵਾਸ ਮਿਲੇ ਆ, ਇਹਨਾਂ ਦਾ ਵੀ ਕੋਈ ਮੁੱਲ ਨਹੀਂ। ਤੇ ਜੇ ਸਵਾਸ ਵੀ ਮੁੱਲ ਮਿਲ ਜਾਂਦੇ, ਫਿਰ ਮਾਇਆਧਾਰੀ ਇਹਨਾਂ ਦੀ ਖਰੀਦੋ ਫਰੋਖਤ ਕਰ ਲੈਂਦੇ। ਫਿਰ ਰਾਜ ਸਮਾਜ ਬਣਾਇਆ ਔਰ ਕਿਹੜੇ ਮੰਦਰ ਮਹਿਲ ਬਣਾਏ ਆ। ਸੁੱਖ ਸੁਵਿਧਾ ਦੀਆਂ ਹੋਰ ਵਸਤੂਆਂ ਬਹੁਤ ਆ, ਛੱਡ ਕੇ ਜਾਣ ਨੂੰ ਤਾਂ ਚਿੱਤ ਨਹੀਂ ਕਰਦਾ। ਫਿਰ ਉਹਨਾਂ ਨੇ ਵੀ ਮਰਿਆ ਨਾ ਜਾਏ, ਦੁਆਂ ਦੇ ਸਵਾਸ ਵਗੈਰਾ ਖਰੀਦ ਲੈਂਦੇ। ਇਹ ਸਵਾਸ ਵੀ ਬੜੇ ਬੇਕੀਮਤ ਅਮੋਲਕ ਹੈ, ਪਰ ਜਿਨ੍ਹਾਂ ਨੂੰ ਕੋਈ ਸਮਝ ਆਈ ਉਹ ਤਾਂ ਇਹਦੀ ਕਦਰ ਕਰਦੇ ਹਨ, ਸਵਾਸਾਂ ਦੀ। ਆਪਣੇ ਸਵਾਸ ਜਿਹੜੇ ਆ ਉਹਨੂੰ ਨਾਮ ਬਾਣੀ ਵਿੱਚ, ਸਿਮਰਨ ਵਿੱਚ ਲਾਉਂਦੇ ਆ। ਕੋਈ ਸਵਾਸ ਵਿਅਰਥ ਨਾ ਚਲੇ ਜਾਏ, ਕਿਉਂਕਿ ਸਵਾਸ ਇਹਦੇ ਬਾਰੇ ਗ੍ਰੰਥਕਾਰ ਲਿਖਦੇ ਆ। ਬੈਸਤ 12 ਚਲਦਾ 18 ਸੋਵਤ ਚਾਲੈ 30 ਮੈਥਨ ਕਰਤੇ 64 ਚਾਲੇ ਕਿਉਂ ਨਾ ਭਜੈ ਜਗਦੀਸ਼। ਬੈਠੇ ਨੂੰ 12 ਚੱਲਦੇ ਦੇ 18 ਸੌਣ ਵੇਲੇ 30 ਸਵਾਸ ਤੇਜ਼ ਗਤੀ ਹੋ ਜਾਂਦੀ ਹੈ। ਸੰਸਾਰੀ ਵਿਹਾਰਕ ਕਿਰਿਆ ਵਿੱਚ ਫਿਰ 64 ਕਹਿੰਦੇ ਕਿਉਂ ਨਾ ਉਸ ਮਾਲਕ ਦਾ ਭਜਨ ਕੀਤਾ ਜਾਏ। ਪਰ ਜਿੰਨਾ ਸੰਸਾਰ ਆ, ਆਮ ਸਵਾਸਾਂ ਨੂੰ ਕਾਰਾਂ ਵਿਹਾਰਾਂ ਵਿੱਚ, ਰੰਗ ਤਮਾਸ਼ਿਆਂ ਦੇ ਅੰਦਰ ਔਰ ਨਿੰਦਿਆ ਚੁਗਲੀ ਵਿੱਚ ਜਾਂ ਬੈਠੇ ਜੱਕੜ ਮਾਰਦੇ ਰਹੇ, ਮੁੰਡ ਚਰਚਾ, ਇਹ ਸਵਾਸਾਂ ਦੀ ਕੀਮਤ ਨਾ ਜਾਣਦੇ ਹੋਏ ਕਿਸ ਤਰ੍ਹਾਂ ਵਿਅਰਥ ਗਾਉਂਦੇ ਹਨ। ਪਰ ਜਿਨ੍ਹਾਂ ਨੂੰ ਇਹ ਸਮਝ ਆ ਗਈ, ਉਹ ਤਾਂ ਫਿਰ ਉਠਤ ਬੈਠ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦ ਕਾਮ। ਉਹਦਾ ਹਰ ਵੇਲੇ ਫਿਰ ਇਸੇ ਪਾਸੇ ਲੱਗੇ ਰਹਿੰਦੇ ਆ। ਕਈ ਤਾਂ ਫਿਰ ਮੌਨ ਰੱਖ ਲੈਂਦੇ ਆ ਕਿ ਬਹਾਨੇ ਨਾਲ ਗੱਲਾਂ ਬਾਤਾਂ ਤੋਂ ਬਚ ਜਾਈਏ। ਗਿਆਨ ਮੌਨ ਵਿਚਾਰ ਦਾ ਹੀ ਵਚਨ ਕਿਤੇ ਕਰਨਾ ਨਹੀਂ, ਬਿਨਾਂ ਮਤਲਬ ਨਹੀਂ। ਜਾਂ ਬਾਣੀ ਦੁਆਰਾ ਹੀ ਅਗਲੇ ਦਾ ਉੱਤਰ ਵਗੈਰਾ ਦੇਣਾ। ਕੋਈ ਇਤਨਾ ਸੰਜਮ ਵਿਵੇਕ ਵੀ ਕਰ ਲੈਂਦੇ ਆ, ਦਿਖਾਵੇ ਵਾਸਤੇ ਨਹੀਂ, ਸਵਾਸਾਂ ਦੀ ਸਫਲਤਾ ਲਈ। ਆਪਣੀ ਰਸਨਾ ਦੇ ਉੱਤੇ ਕਾਬੂ ਪਾ ਕੇ ਭਜਨ ਵਿੱਚ ਲੱਗ ਜਾਂਦੇ ਆ। ਰਸਨਾ ਗੁਣ ਗੋਪਾਲ ਨੇ ਦਿਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭੁਲਾਇਣ। ਉਹ ਰਸਨਾ ਨੂੰ ਫਿਰ ਨਾਮ ਜਪਣ ਵਿੱਚ ਲਾ ਛੱਡਦੇ ਆ ਕਿ ਸਾਡਾ ਕੋਈ ਵੀ ਸਵਾਸ ਜਿਹੜਾ ਉਹ ਨਾਮ ਬਾਣੀ ਸਿਮਰਨ ਤੋਂ ਖਾਲੀ ਨਾ ਜਾਏ। ਤੇ ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ, ਕੋਈ ਇਸੇ ਤਰ੍ਹਾਂ ਇਹ ਜਨਮ ਵੀ ਬੜਾ ਅਮੋਲਕ ਕੀਮਤੀ ਹੈ, ਕਿਉਂਕਿ 84 ਲੱਖ ਜੂਨਾਂ ਗ੍ਰੰਥਾਂ ਵਿੱਚ ਲਿਖੀਆਂ, 21 ਲੱਖ ਜਿਹੜੀ ਆ ਉਹ ਇਹ ਸ੍ਰਿਸ਼ਟੀ ਜੁਦੀ ਜੁਦੀ ਹਨ। 4 ਖਾਣੀਆਂ ਮੰਡਲ
ਸੇਤਜ ਉਤਪਜ। ਕੀਲਾ ਖਜੜੀ ਆ ਹੋਏ ਆਂਡਿਆਂ ਤੋਂ ਪੈਦਾ ਹੋਣ ਵਾਲੀ ਹੈ। ਆ ਪੰਛੀ ਵਗੈਰਾ ਜਿਹੜੇ ਆ, ਜੇਰ ਤੋਂ ਜਿੰਨੇ ਮਨੁੱਖ, ਘੋੜੇ, ਗਊਆਂ, ਊਠ ਇਸ ਤਰ੍ਹਾਂ ਦੇ ਆ। ਔਰ ਸੇਤਜ ਪਸੀਨੇ ਤੋਂ ਆਜੂਆਂ, ਲੀਠਾਂ, ਤੱਖਾਂ, ਚਮਜੂਆਂ ਇਸ ਤਰ੍ਹਾਂ ਦੀਆਂ ਕਈ ਕੁਛ। ਔਰ ਬਰਸਾਤ ਰੁੱਤ ਧਰਤੀ ਦੇ ਪਸੀਨੇ ਤੋਂ ਕਈ ਕੀੜੇ ਮਕੌੜੇ ਪੈਦਾ ਹੁੰਦੇ ਆ। ਔਰ ਇਸੇ ਤਰ੍ਹਾਂ ਉਤਪਜ ਜਿਹੜਾ ਧਰਤੀ ਦੇ ਵਿੱਚੋਂ ਬਨਸਪਤੀ ਵਗੈਰਾ ਉਤਪੰਨ ਹੁੰਦੀ ਹੈ। 21 ਲੱਖ ਦੀ ਜੂਨੀ, 21 ਚੌਕ 84, ਇਹ ਫਿਰ 84 ਲੱਖ ਜੂਨੀਆਂ ਚਾਰੇ ਖਾਣੀਆਂ ਵਿੱਚ ਬਣ ਜਾਂਦੀਆਂ। ਇਹ ਭੋਗ ਜੂਨੀਆਂ। ਇੱਕ ਮਨੁੱਖ ਹੈ ਜਿਹੜਾ ਕਰਮ ਜੂਨੀ ਆ। ਇਹ ਕੀਤੇ ਕਰਮਾਂ ਦਾ ਫਲ, ਪੁੰਨ ਪਾਪ ਦਾ, ਉਹ ਵੀ ਭੋਗ ਰਿਹਾ। ਨਵਾਂ ਕਰਮ ਵੀ ਕਰ ਸਕਦਾ, ਬਲਕਿ ਜਿਹੜੇ ਦੇਵਤੇ ਆ ਇਹ ਵੀ ਭੋਗ ਜੂਨੀ ਆ। ਉਹ ਪੁੰਨਾਂ ਦਾ ਫਲ ਭੋਗਦੇ ਆ, ਨਵਾਂ ਕਰਮ ਉਹ ਵੀ ਨਹੀਂ ਕਰ ਸਕਦੇ। ਬਾਕੀ ਇਹ ਪਾਪ ਜੂਨੀਆਂ ਪਾਪਾਂ ਦਾ ਫਲ ਭੋਗ ਰਹੀਆਂ। ਤੇ ਮਨੁੱਖ ਜਿਹੜਾ ਪਾਪ ਪੁੰਨ ਦਾ ਫਲ ਵੀ ਭੋਗ ਰਿਹਾ, ਨਇਆ ਕਰਮ ਵੀ ਕਰ ਸਕਦਾ ਹੈ। ਕੀਤੇ ਹੋਏ ਪਾਪ ਕਰਮਾਂ ਨੂੰ ਬਖਸ਼ਾਉਣ ਵਾਸਤੇ ਪ੍ਰਾਸ਼ਚਿਤ ਵੀ ਕਰ ਸਕਦਾ, ਉਹ ਨਹੀਂ ਕਰ ਸਕਦੇ। ਹੁਣ ਧਰਤੀ ਵਿੱਚ ਪਾਣੀ ਹੈ, ਇਹ ਤਾਂ ਕੁਦਰਤੀ ਚਸ਼ਮਾ, ਇਹ ਤਾਂ ਹਰ ਜੀਵ ਜੰਤੂ ਲਾਭ ਲੈ ਲੈਂਦਾ। ਤੇ ਜਿੱਥੇ ਐਸਾ ਨੇੜੇ ਕੋਈ ਸਾਧਨ ਨਹੀਂ, ਇਹ ਤਾਂ ਇਨਸਾਨ ਨੂੰ ਬੁੱਧਿਆ ਨਾ ਖੂਹ ਵਗੈਰਾ ਜਾਂ ਬੋਰ ਵਗੈਰਾ ਕਰਕੇ ਪਾਣੀ। ਔਰ ਇਸੇ ਤਰ੍ਹਾਂ ਫਿਰ ਬਿਮਾਰ ਵਗੈਰਾ ਹੋ ਜਾਂਦਾ। ਪਸ਼ੂਆਂ ਨੇ ਤਾਂ ਕੋਈ ਐਸਾ, ਪੰਛੀਆਂ ਨੇ ਹਸਪਤਾਲ ਨਹੀਂ ਨਾ ਬਣਾਇਆ, ਜਾਂ ਕੋਈ ਦਵਾਈਆਂ ਦੀ ਯਾਦ ਕਾਢ ਕੱਢੀ ਹੋਵੇ। ਇਹ ਵੀ ਮਨੁੱਖ ਦਾ ਹੀ ਹੈ। ਇਸ ਤਰ੍ਹਾਂ ਹੋਰ ਵੀ ਸਾਇੰਸ, ਵਿਗਿਆਨ ਜਾਂ ਬੁੱਧੀ ਦੁਆਰਾ ਨਵੇਂ ਕਰਿਸ਼ਮੇ, ਕਈ ਕਰਤੱਵ, ਆਜ਼ਾਦਾਂ ਪੈਦਾ ਕੀਤੀਆਂ। ਇਹ ਬੁੱਧੀ ਵੀ ਮਨੁੱਖ ਵਿੱਚ ਹੀ ਹੈ। ਰੱਬ ਤੋਂ ਇਹ ਵਿਛੜਿਆ ਹੋਇਆ, ਇਹਦੇ ਮਿਲਣ ਦਾ ਸਾਧਨ ਗੁਰੂ ਵਾਲਾ ਬਣ ਕੇ ਦੱਸੇ ਹੋਏ ਬਚਨਾਂ ਦਾ ਅਭਿਆਸ ਕਰਕੇ ਉਹ ਵੀ ਮਨੁੱਖ ਜਨਮ 'ਚ ਹੀ ਹੋ ਸਕਦਾ। ਇਸ ਵਾਸਤੇ ਇਹ ਮਨੁੱਖ ਜਨਮ ਦੁਰਲੱਭ ਵੀ ਹੈ, ਅਮੋਲਕ ਵੀ ਹੈ। ਪਰ ਇਹਦੀ ਕਦਰ ਵੀ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਫਿਰ ਹੀ ਹੈ, ਨਹੀਂ ਤਾਂ ਫਿਰ ਪੁੰਨ ਦਾਨ ਨੇ ਸੰਤਨ ਸੇਵਾ, ਇਸ ਤਰ੍ਹਾਂ ਜਨਮ ਗਵਾ ਲੈਂਦਾ ਹੈ। ਅੰਨ ਪਾਵਨੀ ਭਗਤ ਨ ਉਪਜੀ, ਭੂਖੇ ਦਾਨ ਨਾ ਦੀਨਾ। ਰੇ ਨਰ, ਪੁਰਾਣ ਸੁਣ ਕਿ ਤੈਂ ਕੀ ਕੀਤਾ, ਇਤਿਹਾਸਾਂ ਦੀਆਂ ਕਥਾ ਸੁਣਦਾ ਰਿਹਾ। ਵਿਵੇਕ ਵਿਚਾਰ ਤਾਂ ਕੋਈ ਲਈ ਨਾ। ਇਸ ਤਰ੍ਹਾਂ ਫਿਰ ਇਹ ਆਪਣੇ ਜਨਮ ਨੂੰ, ਇਹ ਤਾਂ ਬੜਾ ਅਮੋਲਕ ਸੀ, ਇਹਦੀ ਕੀਮਤ ਨਾ ਜਾਣਨ ਦੇ ਕਾਰਨ ਇਸ ਨੂੰ ਵਿਅਰਥ ਗਵਾ ਲੈਂਦਾ ਹੈ। ਜਿਨ੍ਹਾਂ ਨੂੰ ਕੋਈ ਸਮਝ ਆ ਜਾਏ, ਉਹਨਾਂ ਨੂੰ ਇਹ ਸੋਝੀ ਜਿਹੜੀ ਹੈ ਉਹ ਮਿਲਦੀ ਹੈ। ਬੀਬੀਓ ਕਥਾ ਹੋ ਰਹੀਆਂ ਹੁਣ ਇੱਥੇ ਕਨੇਡੇ ਦਾ ਵੀਜ਼ਾ ਨਹੀਂ ਲਾ ਰਹੇ, ਅੰਬੈਸੀ 'ਚ ਬੈਠੀਆਂ ਕਿ ਗੁਰਦੁਆਰਿਆਂ।
ਹਰ ਉਧਰਲੇ ਦੇਖਿਆ ਕਰੋ, ਉਧਰਲੇ ਬੰਨੇ ਮਹਾਰਾਜ ਦੀ ਕਥਾ ਹੋ ਰਹੀ ਹੈ। ਇਹ ਅੰਬੈਸੀ ਨਹੀਂ, ਇਹ ਗੱਲਾਂ ਉੱਥੇ ਕਰਿਓ ਜਾ ਕੇ। ਇਹਨਾਂ ਨੂੰ ਆਪਣਾ ਹੀ ਪੀਪੇ 'ਚ ਕਾਨਾ ਪਾ ਕੇ ਖੜਕਾਉਣਾ, ਇਹ ਨਹੀਂ ਦੇਖਣਾ ਵੀ ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਹੋ ਰਹੀ ਹੈ। ਸਾਰੀ ਸੰਗਤ ਨੂੰ ਡਿਸਟਰਬ ਕਰਦੇ ਆ। ਆਓ ਧਿਆਨ ਦਿਓ, ਕਿੰਨੇ ਕੀਮਤੀ ਬਚਨ ਬਾਣੀ ਦੇ ਚੱਲ ਰਹੇ ਆ। ਇਸ ਵਾਸਤੇ ਜਿਹੜਾ ਜਨਮ ਆ, ਇਹ ਵੀ ਬੜਾ ਭਾਈ ਅਮੋਲਕ ਆ। ਇਹਦੀ ਆਪਾਂ ਕਦਰ ਨਹੀਂ ਕਰਦੇ, ਸਮੇਂ ਦੀ ਕਦਰ ਨਹੀਂ ਕਰਦੇ। ਬਸ ਜਿਹੜਾ ਉਹ ਟੇਪ ਵਿੱਚ ਭਰ ਦਿੱਤਾ ਨਾ, ਰੀਲ 'ਚ ਉਹੀ ਚੱਲੇ ਜਾਂਦਾ ਜੋ ਮਨ 'ਚ ਭਰਿਆ ਆ। ਇਹ ਨਹੀਂ ਵੀ ਆਪਾਂ ਗੁਰਦੁਆਰੇ ਆਏ ਹਾਂ ਕਿ ਗੁਰਬਾਣੀ ਦੀ ਵਿਚਾਰ ਚੱਲ ਰਹੀ ਆ, ਉਹ ਸੁਣ ਲਈਏ ਜਾਂ ਕੋਈ ਕਰ ਲਈਏ। ਬੜੀ ਕਾਹਲੀ ਆ। ਇਹ ਬਾਕੀ ਰਮਾਲਾ ਪਾ ਦਿਓ, ਤੁਸੀਂ ਕਥਾ ਫੇਰ ਕਰ ਲਿਓ, ਪਹਿਲਾਂ ਸਾਡਾ ਕੰਮ ਹੋ ਜਾਏ। ਇੰਨੀ ਕਾਹਲੀ ਹੈ। ਗੁਰਦੁਆਰੇ ਆਉਣਾ ਸਿੱਖੋ, ਸੰਗਤ 'ਚ ਬੈਠੋ। ਆ ਸਾਰੀ ਸੰਗਤ ਬੈਠੀ ਹੈ, ਭੋਗ ਪਿਆ, ਸਾਰਿਆਂ ਦੀ ਅਰਦਾਸ ਹੋਣੀ ਹੈ। ਕਿ ਆਪਾਂ ਨੂੰ ਸਾਰਿਆਂ ਨਾਲ ਨਹੀਂ, ਪਹਿਲਾਂ ਆਪਣਾ ਕੰਮ ਹੋ ਜਾਏ। ਤੇ ਜੀ ਤੋਂ ਆਪਾਂ ਬੇਨਤੀ ਕਰਨੀ ਆ, ਉਹਦੀ ਗੱਲ ਸੁਣਨ ਲਈ ਤਿਆਰ ਨਹੀਂ, ਤੇ ਦੱਸੋ ਆਪਾਂ ਬਖਸ਼ਿਸ਼ ਕਿੱਥੋਂ ਲੈ ਲਾਂਗੇ? ਉਹਦੀ ਗੱਲ ਸੁਣਨ ਲਈ ਤਿਆਰ ਨਹੀਂ, ਜਿਹਦੇ ਅੱਗੇ ਅਰਦਾਸ ਕਰਨਾ ਆ। ਹਾਲੇ ਤਾਂ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਦੁਆਰੇ ਕਾਹਦੇ ਲਈ ਆਏ ਆ, ਕੀ ਸਾਡਾ ਪ੍ਰਯੋਜਨ ਹੈ। ਬਸ ਇਸ ਤਰ੍ਹਾਂ ਦਾ ਚੱਲਿਆ ਹੋਇਆ ਸੰਸਾਰ ਦਾ। ਸੋ ਇਸ ਵਾਸਤੇ ਮਹਾਰਾਜ ਦੱਸ ਰਹੇ ਹੈ ਕਿ ਜਨਮ ਹੈ ਤਾਂ ਅਮੋਲਕ, ਪਰ ਆਪਾਂ ਨੂੰ ਸਮਝ ਨਹੀਂ ਆਉਂਦੀ। ਕਿਤੇ ਭੁੱਲੇ ਭੁਲਾਏ ਆ ਜਾਂਦੇ ਹੋ ਗੁਰਦੁਆਰੇ, ਬਦੋਲੀ 'ਚੋਂ ਨਿਕਲੇ, ਗੁਰਦੁਆਰੇ ਤੁਰ ਪਏ, ਪਤਾ ਹੀ ਨਹੀਂ ਵੀ ਇੱਥੇ ਦਾ ਨਿਯਮ ਅਸੂਲ ਕੀ ਹੈ। ਇਹ ਵੀ ਸਿੱਖਣਾ ਪੈਂਦਾ। ਕੋਈ ਸੰਗਤ ਕਰਾਂਗੇ ਫਿਰ ਇਹ ਸੋਝੀ ਆਉਂਦੀ ਹੈ। ਇਸ ਵਾਸਤੇ ਮਹਾਰਾਜ ਦੱਸਦੇ ਆ ਕਿ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖ ਜਨਮ ਭਾਈ ਬੜਾ ਅਮੋਲਕ ਆ। ਪਰ ਇਹਦੀ ਸਾਰ ਨਹੀਂ ਆਈ, ਤੇ ਜਿਹਨੂੰ ਇਹਦੀ ਸਾਰ ਸਮਝ ਆ ਗਈ ਉਹ ਤਾਂ ਫਿਰ ਤਤਪਰ ਹੋ ਜਾਂਦੇ ਆ, ਡਟ ਜਾਂਦੇ ਆ। ਸੇਵਾ ਵਾਲਾ ਪੱਖ ਆ, ਸਿਮਰਨ ਵਾਲਾ ਪੱਖ ਆ, ਪਰਉਪਕਾਰ ਕੁਰਬਾਨੀ ਵਾਲਾ, ਉਹ ਤਾਂ ਕਹਿੰਦੇ ਕੋਈ ਸਵਾਸ ਜਿਹੜਾ ਵਿਅਰਥ ਨਾ ਚਲੇ ਜਾਏ। ਇਹਦੀ ਸਫਲਤਾ ਵਾਸਤੇ ਉਹ ਫਿਰ ਦਿਨ ਰਾਤ ਲੱਗੇ ਰਹਿੰਦੇ ਆ। ਇੱਕ ਵਾਰੀ ਹਰਿਦੁਆਰ ਚਲੇ ਗਏ, ਸੰਤ ਨਾਲ ਸੀ ਜਿਨ੍ਹਾਂ ਤੋਂ ਮੈਂ ਵਿਦਿਆ ਪੜ੍ਹਦਾ ਸੀ। ਉਹ ਮਹਾਂਪੁਰਸ਼ਾਂ ਦੇ ਕੋਲ ਲੈ ਗਏ। ਉਹਨਾਂ ਦਾ ਨਿਯਮ ਇਹ ਸੀ ਕਿ 8 ਪਹਿਰੀਂ ਲੰਗਰ ਪਾਣੀ ਆਪੇ ਬਣਾ ਕੇ ਛਕਣਾ, ਤੇ 102 ਪੱਤਰੇ ਪੱਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਕਰਨੇ। 7 ਦਿਨਾਂ 'ਚ ਫਿਰ ਸੰਪੂਰਨਤਾ ਹੋ ਜਾਂਦੀ ਹੈ। ਜੇ ਤਗੜੇ ਪਾਠੀ ਹੋਣ ਨਾ, 25 ਪੱਤਰੇ ਪੱਕੇ ਪੜ੍ਹਨ ਵਾਲੇ, ਉਹਨਾਂ ਨੂੰ ਵੀ 4-5 ਘੰਟੇ ਲੱਗ ਜਾਂਦੇ ਆ। ਪਰ ਉਹਨਾਂ ਨੇ ਦਿਲੋਂ ਨਿਯਮ ਬਣਾਇਆ ਹੋਇਆ ਸੀ ਕਿ ਸਾਡਾ ਕੋਈ ਸਵਾਸ ਵਿਅਰਥ ਹੀ ਨਾ ਜਾਏ। ਪਹਿਲੀ ਗੱਲ ਤਾਂ ਸਮਾਂ ਦਿੰਦੇ ਹੀ ਨਾ ਸੀ ਕਿ ਸੰਸਾਰੀ ਲੋਕਾਂ ਨੇ ਆ ਕੇ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਣੀਆਂ, ਟਾਈਮ ਵੇਸਟ ਕਰਨਾ ਇਹਨਾਂ ਨੇ। ਇਹ ਮਨੁੱਖ ਜਨਮ ਮਿਲਿਆ, ਇਹਨੂੰ ਸਫਲ ਬਣਾਉਣਾ। ਜੇ ਕੋਈ ਸਿਆਣਾ ਸਤਸੰਗੀ ਗਿਆ,
ਲਿਖ ਕੇ ਲਾਇਆ ਕਿ ਨਾਮ ਬਾਣੀ ਤੋਂ ਬਾਹਰ ਇੱਥੇ ਕੋਈ ਗੱਲ ਨਹੀਂ ਕਰਨੀ। ਜੇ ਕੋਈ ਇਸ ਸੰਬੰਧੀ ਵਚਨ ਪੁੱਛਣਾ, ਉਹਨੇ ਬਾਣੀ ਦੀ ਤੁਕ ਬੋਲ ਕੇ ਦੱਸਣਾ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਅੱਜ ਇਹਨਾਂ ਨੂੰ ਸਮਝ ਆ ਗਈ। ਕਹਿੰਦੇ ਸਮਝ ਪਰੀ ਤੋਂ ਬਿਸਰਿਓ ਗਾਵਨ। ਜੋ ਸਮਝ ਪੈ ਗਈ ਨਾ, ਇਹ ਦੁਨੀਆ ਦਾ ਗਾਉਣਾ ਵਜਾਉਣਾ ਫਿਰ ਭੁੱਲ ਜਾਂਦਾ। ਇਹ ਤਾਂ ਇੱਕ ਆਨੰਦ ਦੇ ਵਿੱਚ ਹੀ ਹੋ ਜਾਂਦੇ ਆ। ਸੋ ਇਸ ਵਾਸਤੇ ਇਹ ਜਨਮ ਵੀ ਬੜਾ ਅਮੋਲਕ ਆ। ਇਹਦੇ ਅੰਦਰ ਜਿਹੜੀ ਆਤਮਾ ਇਹਨੂੰ ਚਲਾ ਰਹੀ ਹੈ, ਉਹਦੀ ਵੀ ਕੋਈ ਕੀਮਤ ਨਹੀਂ, ਉਹ ਵੀ ਬੜੀ ਅਮੋਲਕ ਹੈ। ਜਿਹਦੇ ਆਸਰੇ ਸਵਾਸ ਚੱਲ ਰਹੇ ਆ, ਔਰ ਇਹ ਸਵਾਸ ਵੀ ਬੜੇ ਬੇਕੀਮਤੇ ਆ। ਨਹੀਂ ਤਾਂ ਜਿਵੇਂ ਉਹ ਲੋਹਾਰ ਦੀ ਧੌਂਕਣੀ ਹੁੰਦੀ ਹੈ, ਫੂਕ ਨਿਕਲੀ ਜਾਂਦੀ ਆ, ਐਵੇਂ ਹੀ ਆ। ਇਹ ਸਵਾਸ ਜਾਈ ਜਾਂਦੇ ਆ। ਤੇ ਜਿਨ੍ਹਾਂ ਨੂੰ ਸਮਝ ਆ ਗਈ, ਉਹ ਸਵਾਸਾਂ ਦੀ ਪੂੰਜੀ ਦੀ ਬੜੀ ਕਦਰ ਕਰਦੇ ਆ। ਤੇ ਜਿਹੜੇ ਕਦਰ ਕਰਨ ਵਾਲੇ ਲੋਕ ਸਵਾਸਾਂ ਦਾ ਨਿਯੰਤਰਣ ਕਰ ਲਿਆ, ਉਹਨਾਂ ਨੂੰ ਯੋਗੀ ਕਹਿ ਦਿਓ, ਸੰਤ ਮਹਾਤਮਾ ਕਹਿ ਦਿਓ। ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ। ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਉਹ ਸੰਤ ਆ ਜਿਸ ਨੇ ਸਾਸ ਤੇ ਗਰਾਸ ਤੇ ਕਾਬੂ ਪਾ ਲਿਆ। ਗਰਾਸ ਹੁੰਦਾ ਜਿਹੜਾ ਸਵਾਸ ਸਾਡੇ ਅੰਦਰ ਚਲੇ ਗਿਆ ਤੇ ਬਾਹਰ ਨਿਕਲਿਆ। ਆਉਂਦੇ ਜਾਂਦੇ ਸਵਾਸਾਂ ਤੇ ਜਿਨ ਕਾਬੂ ਪਾ ਲਿਆ, ਇਹਦੇ ਨਾਲ ਗੁਰੂ ਦਾ ਸ਼ਬਦ ਜੋੜ ਦਿੱਤਾ, ਉਹ ਫਿਰ ਸੰਤ ਬਣ ਜਾਂਦਾ। ਤੇ ਸਾਡੇ ਸਵਾਸਾਂ ਨਾਲ ਤਾਂ ਬਹੁਤ ਕੁਝ ਜੁੜਿਆ। ਹੁਣ ਕਨੇਡਾ ਅਮਰੀਕਾ ਜ਼ਿਆਦਾ ਜੁੜ ਗਿਆ। ਹਰ ਇੱਕ ਦੀ ਬਸ ਇਹੀ ਭਟਕਣਾ ਲੱਗੀ ਹੋਈ ਹੈ, ਚਾਹੇ ਉਹ ਗਰੀਬ ਆ ਚਾਹੇ ਅਮੀਰ ਆ। ਇੱਥੇ ਜਿਨ੍ਹਾਂ ਕੋਲ ਜਾਇਦਾਦ ਵੀ ਖੁੱਲ੍ਹੀ ਆ, ਉਹ ਵੀ ਟਿਕਣ ਨੂੰ ਤਿਆਰ ਨਹੀਂ। ਦੇਸ਼ ਰਾਸ਼ਟਰ ਨਾਲ ਕੋਈ ਪਿਆਰ ਨਹੀਂ ਰਹਿ ਗਿਆ। ਕੋਈ ਮਾਂ ਪਿਓ ਦੀ ਸੇਵਾ ਦਾ ਵੀ ਹੈ ਨਹੀਂ। ਬੁੱਢੇ ਬੁੱਢੀਆਂ ਧੱਕੇ ਖਾਂਦੇ ਫਿਰਨ। ਆਪਾਂ ਨੂੰ ਕੀ ਹੈ? ਇਸ ਤਰ੍ਹਾਂ ਦਾ ਵਾਤਾਵਰਨ ਕਾਹਲੇ ਕੇ ਆ ਗਿਆ। ਇਸ ਤਰ੍ਹਾਂ ਦੇ ਉਹ ਸੰਗਤ ਬੈਠੀ, ਕੋਈ ਮਹਾਂਪੁਰਖ ਆਏ ਸੀ, ਬੜੇ ਕੀਮਤੀ ਵਚਨ ਚੱਲ ਰਹੇ ਸੀ। ਉਹਨੇ ਹਾਏ ਕੰਮ ਸ਼ੁਰੂ ਕਰ ਲਿਆ। ਜਿਵੇਂ ਮਾਈਆਂ ਮਧਾਣੀ ਪਾਣੀ 'ਚ ਪਾ ਕੇ ਲੱਗੀਆਂ ਸੀ ਨਾ ਮੱਖਣ ਕੱਢਣ, ਜਿਹਦਾ ਦਹੀਂ 'ਚ ਪਾ ਕੇ ਰਿੜਕੀ ਫੇਰ ਨਿਕਲ ਆਉਂਦਾ ਪਾਣੀ 'ਚ ਮਧਾਣੀ। ਉਹਨੇ ਵੀ ਸ਼ੁਰੂ ਕਰ ਲਿਆ। ਫਿਰ ਮੈਂ ਕਿਹਾ ਭਾਈ ਗੁਰੂ ਤੋਂ ਮਿਲਦਾ ਜਾਏਗਾ, ਗੁਰੂ ਵਾਲੇ ਬਣ ਜਾਓ। ਅੱਜ ਤੋਂ ਬਾਅਦ ਦਾੜੀ ਕੇਸ ਨਹੀਂ ਕੱਟਣੇ, ਤੜਕੇ ਉੱਠਣਾ ਪਊਗਾ। ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ, ਸ਼ਾਮ ਨੂੰ ਰਹਿ ਰਾਤ ਕੀਰਤਨ ਸੋਹਲਾ। ਅੱਗੇ ਦਾ ਕੀਤਾ ਨਹੀਂ, ਹੁਣ ਦੱਸੋ ਕਰੋਗੇ? ਬਸ ਫਿਰ ਮੋਨੀ ਬਾਬਾ ਬਣ ਗਏ। ਬਚਨ ਮੰਨਣ ਲਈ ਕੋਈ ਤਿਆਰ ਨਹੀਂ। ਆਉਂਦਿਆਂ ਕਹਿਣਗੇ ਬਾਬਾ ਜੀ ਕਿਰਪਾ ਕਰ ਦਿਓ। ਇਹ ਸਕੂਲ 'ਚ ਪੜ੍ਹਾਈ ਕੀਤੀ ਨਹੀਂ, ਮਾਸਟਰ ਨੂੰ ਪ੍ਰਿੰਸੀਪਲ ਨੂੰ ਕਿਹਾ ਵੀ ਸਰਟੀਫਿਕੇਟ ਦੇ ਦਿਓ। ਉੱਥੇ ਦਾ 16 ਧੱਕੇ ਖਾਧੇ, ਮਾਇਆ ਵੀ ਬਹੁਤ ਖਰਚੀ, ਇਮਤਿਹਾਨ ਵੀ ਹੋਏ, ਫਿਰ ਸਰਟੀਫਿਕੇਟ ਮਿਲਦਾ। ਤੇ ਗੁਰੂ ਨਾਨਕ ਸਾਹਿਬ ਦੇ ਘਰ ਆਉਂਦੇ ਹੀ ਕਹਿਣਗੇ ਜੀ ਕਿਰਪਾ ਕਰ ਦਿਓ। ਇਸ ਘਰ ਦੀ ਕੋਈ ਪੜ੍ਹਾਈ ਕੀਤੀ ਹੈ? ਕੋਈ ਨਿਯਮ ਦੀ ਪਾਲਣਾ ਕੀਤੀ ਹੈ? ਕਿਰਪਾ ਬਹੁਤ ਮਹਿੰਗੀ ਮਿਲਦੀ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ, ਭਾਈ ਭਗੀਰਥ ਨੇ ਕਿਰਪਾ ਲੈਣੀ ਸੀ।
ਰੋਜ਼ 11 ਮੀਲ ਆਉਂਦਾ ਸੀ ਤੇ 11 ਜਾਂਦਾ ਸੀ। ਦਾਤਣ ਲੈ ਕੇ ਆਉਂਦਾ ਸੀ ਨਾ, ਆ ਬੇਰੀ ਉਹਦੀ ਕਿਰਪਾ ਦੀ ਨਿਸ਼ਾਨੀ ਆ। ਫਿਰ ਇਸ਼ਨਾਨ ਦੀ ਸੇਵਾ 'ਚ ਹਾਜ਼ਰ ਹੁੰਦਾ ਸੀ। ਮੀਂਹ ਜਾਏ, ਹਨੇਰੀ ਜਾਏ, ਝੱਖੜ ਚੁੱਲੇ, ਗੈਰ ਹਾਜ਼ਰ ਨਹੀਂ ਸੀ ਹੁੰਦਾ। ਤੇ ਜਦੋਂ ਮਹਾਰਾਜ 3 ਦਿਨ ਸੱਚਖੰਡ ਚਲ ਗਏ, ਉਹ ਬਸਤਰ ਲੈ ਕੇ ਬੇਈ ਦੇ ਕਿਨਾਰੇ ਹੀ ਬੈਠਾ ਰਿਹਾ। ਤੇ ਜਦੋਂ ਆਓਗੇ ਪਹਿਨਾਊਂਗਾ, ਮੇਰੀ ਗੈਰ ਹਾਜ਼ਰੀ ਨਾ ਲੱਗ ਜਾਏ। ਧੰਨ ਗੁਰੂ ਅਮਰਦਾਸ ਸਾਹਿਬ, ਬਾਬਾ ਮਾਂਝ 84 ਪਿੰਡਾਂ ਦੀ ਚੌਧਰ ਨੂੰ ਠੁੱਡ ਮਾਰ ਕੇ ਗੁਰੂ ਘਰ ਦੀ ਕਿਵੇਂ ਸੇਵਾ ਕੀਤੀ। ਫੇਰ ਕਿਤੇ ਕਿਰਪਾ ਦਾ ਦੁਆਰਾ ਖੁੱਲ੍ਹਦਾ। ਹੁਣ ਇਹਨੇ ਤਾਂ ਬਣਾ ਲਿਆ ਵੀ ਕਿਰਪਾ ਜਿਹੜੀ ਬਾਜ਼ਾਰ 'ਚੋਂ ਫੁੱਲੀਆਂ ਪਤਾਸੇ ਹੀ ਹੈ, ਇਉਂ ਨਹੀਂ ਮਿਲਣ ਵਾਲੀ ਚੀਜ਼। ਕਿਰਪਾ ਉਹਨੇ ਇੱਕ ਕੀਤੀ ਹੈ, ਸਾਨੂੰ ਮਨੁੱਖ ਦੇ ਦਿੱਤੀ ਹੈ। ਇਹ ਉਹਦੀ ਕਿਰਪਾ ਆ। ਉਹਦੀ ਕਿਰਪਾ ਨੂੰ ਅਸੀਂ ਸੰਭਾਲਿਆ ਨਹੀਂ। ਇਹ ਦਾੜੀ ਕੇਸ ਉਹਨੇ ਕਿਰਪਾ ਕਰਕੇ ਦਿੱਤੇ ਸੀ, ਇਹ ਅਸੀਂ ਰੱਖੇ ਨਹੀਂ। ਇਹ ਨਾਈ ਦੀ ਟੋਕਰੀ ਸੁੱਟ ਦਿੱਤੇ, ਇਹ ਉਹਦੀ ਕਿਰਪਾ ਨਾਲ ਮਿਲੇ ਸੀ ਨਾ। ਇਹਦੀ ਕਦਰ ਨਹੀਂ ਕੀਤੀ। ਫੇਰ ਜੇ ਤਾਂ ਮਾਂ ਪਿਓ ਚੰਗੇ ਮਿਲ ਜਾਣ, ਉਹ ਕਿਰਪਾ ਕਰਦੇ ਆ, ਇਹਨੂੰ ਸੰਗਤ ਵੱਲ ਤੋਰ ਦਿੰਦੇ ਆ ਕਿ ਸਾਧੂ ਸੰਤ ਦੀ ਉਂਗਲ ਫੜਾਉਂਦੇ ਆ। ਜੇ ਚੰਗਾ ਕੋਈ ਪੰਜਨੀਕ ਸੰਤ ਮਹਾਂਪੁਰਸ਼ ਮਿਲ ਜਾਏ, ਉਹ ਕਿਰਪਾ ਕਰਕੇ ਨਾਮ ਬਾਣੀ ਨਾਲ ਜੋੜ ਕੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇ ਕੇ ਪੰਜਾਂ ਪਿਆਰਿਆਂ ਦੇ ਪੇਸ਼ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੰਦਾ। ਉਹ ਫਿਰ ਰਹਿਤਾਂ ਛੱਡਣ ਨੂੰ, ਰਹਿਤਾਂ ਧਾਰਨ ਲਈ ਨਾਮ ਬਾਣੀ ਦਾ ਅਭਿਆਸ ਇਹ ਦੱਸ ਦਿੰਦੇ ਆ। ਫਿਰ ਉਹਨਾਂ ਦੇ ਬਚਨ 'ਚ ਚੱਲ ਕੇ ਜਿਹੜੇ ਕਮਾਈ ਕਰਾਂਗੇ, ਫਿਰ ਕਿਰਪਾ ਦਾ ਦੁਆਰਾ ਖੁੱਲ੍ਹਦਾ। ਹੁਣ ਲੋਕਾਂ ਨੇ ਸਮਝ ਲਿਆ ਕਿਰਪਾ ਨੂੰ ਤਾਂ ਮੂਲੀਆਂ ਗਾਜਰਾਂ ਨੂੰ ਵੀ ਸਸਤਾ ਬਣਾਈ ਫਿਰਦੇ ਆ। ਇਉਂ ਨਹੀਂ ਕਿਰਪਾ ਹੁੰਦੀ। ਕਿਰਪਾ ਲੈਣ ਲਈ ਬੜੀ ਕਮਾਈ ਕਰਨੀ ਪੈਂਦੀ ਹੈ, ਬੜੀ ਘਾਲ ਕਰਨੀ ਪੈਂਦੀ ਹੈ। ਇਸ ਵਾਸਤੇ ਫਿਰ ਆਪ ਵੀ ਕਿਰਪਾ ਕਰਨੀ ਪੈਣੀ ਹੈ, ਬਚਨ ਮੰਨਣਾ ਪੈਣਾ। ਜੇ ਆਪ ਕੁਝ ਨਹੀਂ ਕਰਾਂਗੇ, ਬੀਬੀ ਨੇ ਰੋਟੀ ਬਣਾ ਕੇ ਖਿਲਾਤੀ ਤੇ ਚਲੋ ਮੂੰਹ 'ਚ ਵੀ ਕੋਈ ਪਾ ਦੂ ਡੋਡੇ ਪਿੰਗਲੇ ਦੇ, ਬਾਕੀ ਕਿਰਿਆ ਕੁਰਿਆ ਤਾਂ ਆਪੇ ਹੀ ਕਰਨੀ ਪਊਗੀ ਨਾ। ਵੀ ਇਹ ਤਾਂ ਨਹੀਂ ਇਹਨਾਂ ਹੈਗਾ ਵੀ ਲੰਗਰ ਪਾਣੀ ਭੀਮ ਸੈਨ ਖਾਏ ਤੇ ਜੰਗਲ ਪਾਣੀ ਦੁਰਯੋਧਨ ਜਾਇਆ ਕਰੇ। ਅੱਜ ਸੰਸਾਰ ਦਾ ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ। ਸਾਰੀ ਮਰਜ਼ਾਦਾ ਛੱਡ ਛਡਾ ਕੇ ਫਿਰ ਕਿਰਪਾ ਭਾਲਦੇ ਫਿਰਦੇ ਆ। ਕਿਰਪਾ ਲੈਣ ਲਈ ਬਚਨ ਮੰਨਣੇ ਪੈਂਦੇ ਆ। ਗੁਰ ਸਤਿਗੁਰ ਕਾ ਜੋ ਸਿੱਖਾ ਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਇਹ ਸਾਰਾ ਸ਼ਬਦ ਪੜ੍ਹ ਲਿਓ, ਵਿਚਾਰ ਲਿਓ। ਇਹ ਹਰ ਸਿੱਖ ਨੂੰ ਨਾ ਸ਼ਬਦ ਪ੍ਰਿੰਟ ਕਰਾ ਕੇ ਸ਼ੀਸ਼ੇ 'ਚ ਮੜਾ ਕੇ ਆਪਣੇ ਘਰ ਲਾ ਲੈਣਾ ਚਾਹੀਦਾ। ਜਦੋਂ ਅੰਦਰ ਬਾਹਰ ਵੜੋ, ਇਹ ਸ਼ਬਦ ਤੁਹਾਡੇ ਸਾਹਮਣੇ ਹੋਊ ਤੇ ਤੁਹਾਨੂੰ ਪਤਾ ਲੱਗ ਜੂ ਕਿ ਗੁਰੂ ਦੇ ਸਿੱਖ ਦੀ ਰਹਿਤ ਮਰਜ਼ਾਦਾ ਕੀ ਹੈ। ਗੱਜ ਕੇ ਬੋਲੋ ਵਾਹਿਗੁਰੂ। ਉਹ ਸ਼ਬਦ ਚੇਤਾਵਨੀ ਦਿੰਦਾ ਰਹੂਗਾ ਵੀ ਸਿੱਖੀ ਦੇ ਇਹ ਲੱਛਣ, ਜੇ ਸਿੱਖ ਬਣਨਾ ਫਿਰ ਆਹ ਅਸੂਲ ਹੈਗੇ ਆ। ਸੋ ਇਸ ਵਾਸਤੇ ਸਾਡਾ ਪਹਿਨਣਾ ਵੀ ਮਰਜ਼ੀ ਦਾ, ਖਾਣਾ ਪੀਣਾ ਵੀ ਮਰਜ਼ੀ ਦਾ, ਘੁੰਮਣਾ ਘੁਮਾਉਣਾ ਵੀ ਮਰਜ਼ੀ ਦਾ, ਹਰ ਕੰਮ ਮਨ ਮਰਜ਼ੀ ਦਾ ਹੋਇਆ ਹੋਇਆ। ਤੇ ਜਿਹੜਾ ਮਨ ਮਰਜ਼ੀ ਕਰਨ ਵਾਲਾ, ਉਹਦਾ ਨਾਂ ਆ ਮਨਮੁਖ। ਤੇ ਜਿਹੜਾ ਬਣੇ ਹੀ ਮਨਮੁਖ ਗਿਆ, ਮਨ ਦੇ ਮੁਖ ਹੋ ਗਿਆ, ਉਹ ਕਿਰਪਾ ਨਹੀਂ ਲੈ ਸਕਦਾ। ਕਿਰਪਾ ਲੈਣ ਵਾਸਤੇ ਗੁਰੂ ਦੇ ਸਨਮੁਖ ਹੋਣਾ ਪੈਣਾ। ਗੁਰੂ ਕੀ ਜਿਹੜੀ ਮਰਜ਼ਾਦਾ ਹੈ, ਉਹ ਗ੍ਰਹਿਣ ਕਰਨੀ ਪੈਣੀ ਹੈ। ਪਾਤਸ਼ਾਹ ਜੀ ਦੱਸਦੇ ਹਨ, ਹਰ ਆਪ ਅਮੁੱਲਕ ਹੈ। ਉਹ ਹਰੀ ਨਿਰੰਕਾਰ ਪਰਮੇਸ਼ਰ ਬੜਾ ਆਪ ਅਮੁੱਲਕ ਆ। ਉਹਦੀ ਬਾਣੀ ਵੀ ਅਮੁੱਲਕ ਆ,
ਉਹਦੀ ਸਿੱਖੀ, ਉਹਦੀ ਰਹਿਤ ਮਰਜ਼ਾਦਾ ਵੀ ਬੜੀ ਅਮੋਲਕ ਹੈ। ਮੁੱਲ ਨਾ ਪਾਇਆ ਜਾਏ। ਉਹਦਾ ਮੁੱਲ ਨਹੀਂ ਪਾਇਆ ਜਾਂਦਾ। ਕਬੀਰ ਸਾਹਿਬ ਵੀ ਕੋਈ ਚਲ ਗਿਆ ਸੀ ਨਾ, ਅਖੇ ਕਬੀਰ ਸਾਹਿਬ ਨਾਮ ਦਿੰਦੇ ਆ। ਇੱਕ ਲਾਲਾ ਜੀ ਚਲੇ ਗਏ, ਗੋਗੜ ਗਾਗੜ ਕਾਫੀ ਸੀ, ਧੌਣ ਧਣ ਵੀ ਬੜੀ ਮੋਟੀ ਸੀ, ਐਨ ਪਲਿਆ ਹੋਇਆ ਸੀ, ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕ ਛਕਾ ਕੇ ਸੋਨੇ ਦੀ ਤਕੜੀ, ਸੋਨੇ ਦੇ ਵੱਟੇ ਲੈ ਗਿਆ ਕਿ ਅੱਜ ਕਬੀਰ ਸਾਹਿਬ ਤੋਂ ਤੋਲ ਕੇ ਨਾਮ ਲੈ ਆਈਏ। ਜਿਸ ਵੇਲੇ ਗਿਆ, ਕਬੀਰ ਸਾਹਿਬ ਬਾਹਰ ਗਏ ਹੋਏ ਸੀ, ਇਕਾਂਤ 'ਚ ਜਾ ਕੇ ਲਿਵ ਜੋੜ ਕੇ ਬਹਿ ਜਾਂਦੇ ਹੁੰਦੇ ਸੀ। ਘਰੇ ਮਾਤਾ ਜੀ ਸੀ, ਕਮਾਲਾ ਕਮਾਲੀ ਮੌਜੂਦ ਸੀਗੇ। ਆਇਆ, ਹੁਣ ਸ਼ਹਿਰ 'ਚ ਜਾਣਦੇ ਹੁੰਦੇ ਆਪਾਂ ਇੱਕ ਦੂਏ ਨੂੰ। ਕਹਿੰਦੇ ਆਓ ਸੇਠ ਸਾਹਿਬ, ਧੰਨ ਭਾਗ ਤੁਸੀਂ ਗਰੀਬਾਂ ਦੇ ਘਰ ਚਰਨ ਪਾਏ, ਜੀ ਆਇਆਂ, ਕੀ ਹੁਕਮ ਆ, ਸੇਵਾ ਬਖਸ਼ੋ। ਕਿਉਂਕਿ ਜੇ ਤਾਂ ਗਰੀਬ ਦੇ ਘਰ ਚਲ ਜਾਏ ਨਾ ਅਮੀਰ, ਉਹ ਤਾਂ ਪਿੱਠ ਵੇਰ ਕੇ ਬਹਿ ਜਾਊਗਾ, ਅਤੇ ਜੇ ਅਮੀਰ ਦੇ ਚਲ ਜਾਏ ਉਹ ਪਿੱਠ ਫੇਰ ਕੇ ਬਹਿ ਜਾਂਦਾ ਨਾ। ਗਰੀਬ ਦੇ ਜਾਏ, ਜਿਹੜੇ ਵਧੀਆ ਬਿਸਤਰੇ ਲਿਆਓ ਕੱਢ ਕੇ, ਦੀਆ ਆਦਰ ਲਿਆ ਬੁਲਾਏ, ਅਤੇ ਅਮੀਰ ਦੇ ਜਾਓ ਅੱਗੇ ਬੈਠਾ ਪੀਠ ਫਰਾਏ, ਉਹ ਪਿੱਠ ਫੇਰ ਕੇ ਬਹਿ ਜਾਊ। ਅਮੀਰਾਂ ਦੇ ਤਾਂ ਕੁੱਤੇ ਹੀ ਨਹੀਂ ਮਾਨ ਹੁੰਦੇ, ਬੰਦਿਆਂ ਦੀ ਤਾਂ ਗੱਲੇ ਗਾਂਹ ਦੀ ਹੁੰਦੀ ਹੈ। ਜੇ ਫੀਤੀ ਜਿਹੀ ਲੱਗ ਜਾਏ ਫਿਰ ਤਾਂ ਬਹੁਤ ਜ਼ਿਆਦਾ ਗੰਦਾ ਕੰਮ। ਫਿਰ ਸਾਡਾ ਜੀ ਲੀਡਰ ਬਣ ਗਿਆ, ਅਫਸਰ ਬਣ ਗਿਆ, ਇਹ ਨਹੀਂ ਸਮਝਦੇ ਕਿ ਇਹਨੂੰ ਬੰਦੇ ਨੂੰ ਬੰਦਾ। ਦੇਖ ਲਿਓ ਪਰਖ ਕੇ। ਉਹ ਸਾਧ ਸੰਗਤ ਜੀ ਬੜਾ ਸਤਿਕਾਰ, ਮੰਜਾ ਛਡਾਇਆ, ਨਵਾਰੀ ਪਾਲਣ, ਬਿਹਤਰਾ ਚੰਗਾ ਬੈਠੋ ਮਹਾਰਾਜ, ਤੁਸੀਂ ਸਾਡੇ ਸ਼ਹਿਰ ਦੇ ਪਤਵੰਤੇ ਆ। ਅੱਜ ਕੱਲ੍ਹ BPI ਕੀ ਕਹਿੰਦੇ ਜਿਹਨਾਂ ਨੂੰ, ਇਹੀ ਕੋਈ ਕਹਿੰਦੇ, ਉਹਨਾਂ ਨੂੰ ਜ਼ਿਆਦਾ ਹੋ ਵਧੀਆ, ਦੂਏ ਨੂੰ ਤਾਂ ਹੁੰਦਾ ਐਵੇਂ ਹੈ। ਭਾਵੇਂ ਉਹ ਕਿੱਡਾ ਗੁਰਸਿੱਖ ਹੋਵੇ, ਉਹਨੂੰ ਨਹੀਂ ਸਮਝਣਗੇ। ਉਹ ਸਾਧ ਸੰਗਤ ਜੀ ਮਹਾਰਾਜ ਹੁਕਮ ਕਹਿੰਦੇ ਸੁਣਿਆ ਵੀ ਕਬੀਰ ਸਾਹਿਬ ਦੇ ਘਰੋਂ ਨਾਮ ਮਿਲਦਾ। ਕਹਿੰਦੇ ਮਹਾਰਾਜ ਗੱਲ ਤਾਂ ਤੁਹਾਡੀ ਸਹੀ ਹੈ। ਕਹਿੰਦੇ ਕਬੀਰ ਸਾਹਿਬ ਕਹਿੰਦੇ ਜੀ ਉਹ ਤਾਂ ਬਾਹਰ ਗਏ ਆ, ਕਦੋਂ ਆਉਣਗੇ? ਕਹਿੰਦੇ ਮਹਾਰਾਜ ਜਿਹੜੇ ਆਰਫ ਲੋਕ ਹੁੰਦੇ ਆ, ਇਹ ਕਿਸੇ ਦੇ ਅਧੀਨ ਨਹੀਂ ਹੁੰਦੇ, ਇਹ ਮੌਜ ਦੇ ਮਾਲਕ ਹੁੰਦੇ ਆ। ਆ ਜਾਣ ਹੁਣ, ਆ ਜਾਣ, ਨਾ ਹੁਣ ਆਉਣੇ ਹੀ ਨਾ। ਜਿੱਥੇ ਕਿਤੇ ਸੰਗਤ ਦੀ ਝੜੀ ਲੱਗ ਗਈ ਉੱਥੇ ਨਹੀਂ ਬਹਿ ਜਾਣਾ ਸੁੰਨ ਸਮਾਧੀਆਂ 'ਚ। ਇਹ ਕਿਸੇ ਦੇ ਅਧੀਨ ਥੋੜ੍ਹੇ ਹੁੰਦੇ ਫਕੀਰ ਲੋਕ। ਔਰ ਕਹਿੰਦੇ ਨੇ ਸਾਧ ਨਦੀ ਅਰ ਮੇਘਲਾ ਚਲੇ ਭੁਜੰਗਮ ਚਾਲ। ਸਾਧੂ ਹੋਇਆ, ਨਦੀ ਹੋਈ, ਬੱਦਲ ਹੋਏ, ਇਹਨਾਂ ਦੀ ਆਪਣੀ ਚਾਲ ਹੁੰਦੀ। ਇਹ ਲੋਕਾਂ ਦੀ ਚਾਲ ਨਾਲ ਨਹੀਂ ਚੱਲਦੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਗਮ ਮਾਰਗ ਚੱਲਣਾ। ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਬੋਲਣਾ। ਖੰਨੇ ਹੋ ਤਿੱਖੀ ਵਾਲੋ ਨਿੱਕੀ, ਵਾਲੋ ਨਿੱਕੀ ਏਤ ਮਾਰਗ ਜਾਣਾ। ਇਹਨਾਂ ਦਾ ਤਾਂ ਇਹ ਰਸਤਾ, ਸੰਸਾਰ ਦਾ ਆਪਣਾ ਰਾਹ, ਕਰਤਾਰ ਵਾਲੇ ਪਾਸੇ ਚੱਲਣਾ ਦਾ ਰਸਤਾ ਆਪਣਾ। ਤਾਂ ਹੀ ਕਹਿੰਦੇ ਨਾ ਭਗਤਾਂ ਤੇ ਸਾਰੀਆਂ ਜੋੜਨ ਆਇਆ, ਇਹਨਾਂ ਦਾ ਜੋੜ ਨਹੀਂ ਨਾ ਬੰਦਾ, ਤੈਅ ਨਹੀਂ ਨਾ ਬਹਿੰਦੀ ਹੁੰਦੀ। ਕਹਿਣ ਲੱਗੇ ਫੇਰ ਕਹਿੰਦੇ ਨਾਮ ਤੇ ਫੇਰ ਅਸੀਂ ਦੇ ਦਿੰਦੇ ਹਾਂ। ਕਹਿੰਦੇ ਜੀ ਕਿਵੇਂ ਮਿਲਿਆ? ਕਹਿੰਦੇ ਬੈਠੋ, ਕੋਈ ਜਲ ਪਾਣੀ ਲੰਗਰ ਪਾਣੀ ਛਕੋ। ਕਹਿੰਦੇ ਮੈਂ ਸੋਨੇ ਦੀ ਤਕੜੀ ਦੇ ਵੱਟੇ ਲਿਆ, ਸੋਨੇ ਦੇ ਤੋਲ ਕੇ ਦੇ ਦਿਓ। ਕਿਉਂਕਿ ਆਪ ਜੂ ਤੋਲਾ ਮਾਰ ਕੰਮ ਕਰਦਾ ਸੀ ਤਕੜੀ ਨਾਲ। ਹੁਣ ਸਮਝਿਆ ਵੀ ਨਾਮ ਵੀ ਇਵੇਂ ਵਿਕਦਾ ਹੋਣਾ। ਦੁਕਾਨਦਾਰ ਜੂ ਸੀ। ਕਮਾਲੇ ਕਮਾਲੀ ਨੂੰ ਮਾਤਾ ਜੀ ਕਹਿੰਦੇ ਆ ਛੁਰੀਆਂ ਤੇਜ਼ ਕਰੋ। ਉਹ ਲਾਪਿਆ ਤੇਜ਼ ਕਰਨ। ਉਹ ਹੁਣ ਇਹ ਮੈਂ ਜਾ ਕੇ ਦੁਕਾਨ ਵੀ ਖੋਲ੍ਹਣੀ, ਬੋਹਣੀ ਕਰਨੀ ਆ, ਗਾਹਕ ਨਾ ਨਿਕਲ ਜਾਣ। ਉਹਨੂੰ ਇੱਧਰ ਦੀ ਕੱਢ ਲਈ। ਕਹਿੰਦੇ ਮਹਾਰਾਜ ਮੈਂ ਨਾਮ ਲੈਣਾ ਸੀ, ਆ ਤਕੜੀਆਂ ਵੱਟੇ ਦਿਓ। ਉਹ ਕਹਿੰਦੇ ਮਹਾਰਾਜ ਕੰਮ ਤੁਹਾਡਾ ਹੀ ਕਰ ਰਹੇ ਹਾਂ। ਕਹਿੰਦੇ ਮੇਰਾ? ਕਹਿੰਦੇ ਹਾਂ।
ਕਹਿੰਦੇ ਵੀ ਛੁਰੀਆਂ ਤੇਜ਼ ਕਰ ਰਹੇ ਨੇ। ਕਹਿੰਦੇ ਇਹ ਕਿਉਂ? ਕਹਿੰਦੇ ਤੁਹਾਡੀ ਧੌਣ ਬੜੀ ਕੂਲੀ ਹੈ, ਸਾਡੇ ਸ਼ਹਿਰ ਦੇ ਪਤਵੰਤੇ ਹੈ, ਸਿਰ ਦੇ ਵੱਟੇ ਨਾਮ ਮਿਲਦਾ, ਇਹ ਕੱਟ ਕੇ ਇੱਕ ਪਾਸੇ ਤੱਕੜੀ 'ਚ ਰੱਖਾਂਗੇ, ਫਿਰ ਤੋਲ ਕੇ ਪਾਵਾਂਗੇ ਨਾਮ। ਕਹਿੰਦੇ ਅੱਛਾ, ਕਿੱਥੇ ਜੜਾਂ ਦੇ ਟੱਬਰ 'ਚ ਫਸ ਗਿਆ ਪਾਗਲਾਂ ਦੇ। ਉਹਦਾ ਜਿਉਂ ਦੌੜਾ, ਜਿਵੇਂ ਬਰਸਾਤ ਨੂੰ ਝੋਟੇ ਨੂੰ ਔਂਕਣੀ ਚੜ੍ਹੀ ਹੁੰਦੀ ਨਾ, ਭੱਜਿਆ ਹੀ ਜਾਏ। ਰਾਹ 'ਚ ਕਬੀਰ ਸਾਹਿਬ ਮਿਲ ਪਏ। ਕਹਿੰਦੇ ਸੇਠ ਸਾਹਿਬ ਕੀ ਗੱਲ ਹੋਈ? ਇੰਨੀ ਕੀ ਆਫਤ ਵਿਪਤਾ ਪੈ ਗਈ? ਦੌੜੇ ਉਹਨੇ, ਬੜਾ ਸਾਹ ਚੜ੍ਹਿਆ। ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡੇ ਪਾਗਲਾਂ ਦੇ ਟੱਬਰ 'ਚ ਫਸ ਗਿਆ। ਮੈਂ ਨਾਮ ਲੈਣ ਗਿਆ ਸੀ, ਸੋਨੇ ਤੱਕੜੀ ਵੱਟੇ, ਉਹ ਛੁਰੀਆਂ ਤੇਜ਼ ਕਰਨ ਲੱਗ ਪਏ। ਮੈਂ ਕਿਹਾ ਜੀ ਇਹ ਕੀ? ਕਹਿੰਦੇ ਧੌਣ ਕੱਟ ਕੇ ਤੋਲ ਕੇ ਇਹਦੇ ਬਰਾਬਰ ਨਾਮ ਦੇਣਾ। ਮੈਂ ਤਾਂ ਬਸ ਹੀ ਜਾਨ ਬਚਾ ਕੇ ਆਇਆ, ਸਾਹ ਨਾ ਚੜ੍ਹੇ ਤਾਂ ਹੋਰ ਕੀ, ਮੇਰਾ ਤਾਂ ਹਾਰਟ ਫੇਲ ਹੋਣ ਵਾਲਾ ਆਇਆ, ਇਸੇ ਮੂਰਖਾਂ 'ਚ ਫਸ ਗਿਆ। ਕਹਿੰਦੇ ਤੂੰ ਤਾਂ ਲੁੱਟ ਲੈਣਾ ਸੀ ਮੇਰੇ ਟੱਬਰ ਨੂੰ। ਅੱਗੇ ਤਾਂ ਮਿਲਦਾ ਹੁੰਦਾ ਸੀ ਸਿਰ ਵੱਟੇ, ਹੁਣ ਸਰਬੰਸ ਵੱਟੇ ਮਿਲਦਾ। ਨਾਮ ਪੰਜਾਂ ਪਿਆਰਿਆਂ ਨੇ ਸਿਰ ਭੇਟ ਕਰਕੇ ਲਿਆ, ਸੀਸ ਭੇਟ ਕਰਕੇ, ਤੇ 10 ਮੈਨੂੰ ਜੇ ਲਿਆ। ਕਹਿੰਦੇ ਤੁਸੀਂ ਹੁਣ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨਾ ਚਾਹੁੰਦਾ, ਕੀ ਭੇਟਾ ਦਿਓਗੇ? ਕਹਿੰਦੇ ਸਰਬੰਸ। ਦਿੱਤਾ ਸਰਬੰਸ ਕਿ ਨਹੀਂ? ਗੱਲਾਂ ਕੀਤੀਆਂ, ਸਰਬੰਸ ਭੇਟ ਕੀਤਾ। ਇਸ ਕਰਕੇ ਭਾਈ ਇਹ ਬੜਾ ਅਮੋਲਕ ਹੈ। ਹੁਣ ਤਾਂ ਲੋਕਾਂ ਨੇ ਬੜਾ ਸਸਤਾ ਹੀ ਸੌਦਾ ਬਣਾਇਆ ਹੋਇਆ। ਉਹ ਫਿਰ ਕਹਿੰਦੇ ਗੁਰੂ ਨਾਨਕ ਦੇ ਘਰ ਤਾਂ ਮਹਿੰਗਾ, ਉੱਥੇ ਮਿਲੀ ਜਾਂਦਾ। ਉਹ ਕੇਲੇ ਜਿਹੜੇ ਖਰਾਬ ਹੋਣ ਨਾ, ਫਿਰ ਉਹ ਲਾਪਾਂ ਦੇ ਐਲਾਨ ਕਰਨ, 1 ਰੁਪਈਏ ਦੇ 12 ਜੀ, ਸਸਤਾ ਲਾਉਂਦੇ ਨੇ। ਅੱਜ ਨਾਮ ਵੀ ਲੋਕਾਂ ਨੇ ਮਿਲਾਇਆ ਹੋਇਆ। ਉੱਥੇ ਫਿਰ ਸ਼ਬਦ ਕਿਹਾ ਭਗਤ ਜੀ ਨੇ, ਕਾਂਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੋਲ। ਸਾਡੇ ਸੰਤ ਹੁੰਦੇ ਸੀ, ਬਾਬਾ ਮਹਿੰਦਰ ਸਿੰਘ ਹਰਖਵਾਲ ਵਾਲੇ। ਕਿਸੇ ਨੇ ਕਹਿਣਾ ਕਿਰਪਾ ਕਰੋ, ਸੰਤਾਂ ਨੇ ਬਾਣੀ ਦੀ ਪੰਕਤੀ ਪੜ੍ਹਨੀ, ਮੈਂ ਤਾਂ ਮੁੱਲ ਮਹਿੰਗੀ ਲਈ ਜੀ ਛੱਡੇ। ਕਹਿੰਦੇ ਆਪਣਾ ਆਪ ਦੇਣਾ ਪੈਂਦਾ, ਆਪਣਾ ਆਪ ਕੁਰਬਾਨ ਨਿਸ਼ਾਵਰ ਕਰਨਾ ਪੈਂਦਾ, ਫਿਰ ਇਹ ਦਾਤਾਂ ਮਿਲਦੀਆਂ। ਇਸ ਕਰਕੇ ਮਹਾਰਾਜ ਕਹਿੰਦੇ ਬੜਾ ਅਮੋਲਕ ਹੈ। ਪੜ੍ਹੋ ਜੀ। ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ। ਕਿਸੇ ਵੀ ਕੀਮਤ ਦੁਆਰਾ ਇਹਦਾ ਮੁੱਲ ਨਹੀਂ ਪਾਇਆ ਜਾਂਦਾ। ਇਹ ਮੁੱਲ ਮਿਲਣ ਵਾਲੀ ਚੀਜ਼ ਨਹੀਂ। ਇਹ ਤਾਂ ਗੁਰੂ ਨੂੰ ਆਪ ਸਮਰਪਿਤ ਕਰਕੇ, ਆਪਾ ਭਾਵ ਤਿਆਗ ਕੇ, ਹਉਮੈ ਤਿਆਗ ਕੇ ਨਾਮ ਰੂਪੀ ਸੌਦਾ ਮਿਲਦਾ ਹੈ। ਰਹੇ ਲੋਕ ਵਿਲ ਲਾਏ। ਜਿੰਨੀ ਸ੍ਰਿਸ਼ਟੀ ਹੈ ਸਾਰੀ ਬਸ ਮਾਇਆ ਪਦਾਰਥਾਂ ਲਈ ਬਿਲ ਬਿਲਾਪ ਕਰ ਰਹੀ ਹੈ। ਐਸਾ ਸਤਿਗੁਰ ਜੇ ਮਿਲੈ। ਐਸਾ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਕਲਗੀਆਂ ਵਾਲਾ ਜੇ ਕਿਤੇ ਕਿਸੇ ਦੇ ਕਰਮ ਜਾਗਪਣ ਮਿਲ ਪਵੇ, ਤਿਸ ਨੂੰ ਸਿਰ ਸੌਂਪੀਐ। ਉਹਨੂੰ ਆਪਣਾ ਸੀਸ ਭੇਟ ਕਰ ਦੇਣਾ ਕਰੀਏ। ਵਿਚਹੁ ਆਪ ਜਾਏ। ਵਿੱਚੋਂ ਆਪਾ ਭਾਵ ਹੰਕਾਰ ਵਾਲਾ ਭਾਵ ਵੀ ਚਲੇ ਜਾਏ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਰਾਵਲਪਿੰਡੀ ਦੇ ਇਲਾਕੇ 'ਚ, ਇਹ ਸਾਡੇ ਲੀਡਰਾਂ ਦੀਆਂ ਗਲਤੀਆਂ ਨਾਲ ਪਾਕਿਸਤਾਨ ਬਣ ਗਿਆ। 550 ਤੋਂ ਉੱਪਰ ਇਤਿਹਾਸੀ ਸਥਾਨ ਉੱਧਰ ਰਹਿ ਗਏ, ਜਿਹੜੇ ਮਹਾਂਪੁਰਖਾਂ ਦੇ ਉਹ ਗਿਣਤੀ ਮਿਣਤੀ ਨਹੀਂ। ਪਿੰਡਾਂ 'ਚ ਜਿਹੜੇ ਲੋਕਲ ਗੁਰਦੁਆਰੇ ਸੀ ਕੋਈ ਗਿਣਤੀ ਨਹੀਂ। ਇਹ ਕੱਛਾਂ ਮਾਰਦੇ ਦੌੜਿਆ ਹੈ। ਦੇਸ਼ ਆਜ਼ਾਦ ਹੋ ਗਿਆ ਕਿ ਬਰਬਾਦ ਹੋ ਗਿਆ? ਖੂਨ ਦੀਆਂ ਨਦੀਆਂ, ਇਹਨਾਂ ਮਹਾਂਭਾਰਤ ਦੇ ਜੰਗ ਵਿੱਚ ਨਹੀਂ ਖੂਨ ਖਰਾਬਾ ਹੋਇਆ ਜਿੰਨਾ ਇਹਨਾਂ ਦੇ ਸ਼ਾਂਤੀ ਦੇ ਚਰਖੇ ਨੇ ਕਰ ਦਿੱਤਾ। ਇਹ ਕਹਿੰਦੇ ਅਸੀਂ ਜੀ ਸ਼ਾਂਤੀ ਨਾਲ ਰਾਜ ਲੈ ਲਿਆ। ਕਦੇ ਅੰਕੜੇ ਪੜ੍ਹ ਲਿਓ ਕਿੰਨਾ ਖੂਨ ਡੁੱਲਿਆ। ਕੱਛਾਂ ਵਜਾਉਂਦੇ ਆ ਗਏ, ਉਦੋਂ ਦੇ ਉਜੜੇ ਕਈਆਂ ਦੇ ਹਾਲੇ ਤਾਈਂ ਪੈਰ ਨਹੀਂ ਲੱਗੇ, ਧੱਕੇ ਖਾਂਦੇ ਫਿਰਦੇ। ਔਰ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਜਿੱਥੋਂ ਸਿੱਖੀ ਪੈਦਾ ਹੋਈ, ਨਨਕਾਣਾ ਸਾਹਿਬ ਨਾ ਰੱਖ ਸਕੇ।
ਜਿੱਥੇ ਜੋਤੀ ਜੋ ਸਮੈ ਕਰਤਾਰਪੁਰ, ਜਿੱਥੇ ਪੰਜਵੇਂ ਤਤੀਆਂ ਤਵੀਆਂ ਤੇ ਡੇਰਾ ਸਾਹਿਬ, ਜਿੱਥੇ ਪੰਜੇ ਲਾ ਕੇ ਦੁਨੀਆ ਨੂੰ ਦੱਸਿਆ ਆਹ ਗੁਰੂ ਨਾਨਕ ਦਾ ਪੰਜਾ, ਇੱਕ ਖੂਨੀ ਪੰਜੇ, ਇੱਕ ਗੁਰੂ ਨਾਨਕ ਦੇ ਪੰਜੇ। ਪੰਜੇ ਪੰਜੇ ਦਾ ਫਰਕ ਹੈ ਨਾ, ਇੱਕ ਬਖਸ਼ਿਸ਼ ਦਾ ਪੰਜਾ, ਇੱਕ ਜ਼ੁਲਮ ਦਾ ਪੰਜਾ। ਧੰਨ ਗੁਰੂ ਨਾਨਕ ਪਾਤਸ਼ਾਹ ਕੱਛਾਂ ਮਾਰਦੇ ਆ ਗਏ, ਉਸ ਵੇਲੇ ਕਿਸੇ ਨੂੰ ਹੌਸਲਾ ਨਾ ਹੋਇਆ, ਇਹ ਕੰਮ ਨਹੀਂ ਹੋਣ ਦੇਣਾ। ਇਹ ਸੀ ਵੀ ਚਲੋ ਆਪਾਂ ਨੂੰ ਕੁਰਸੀ ਮਿਲ ਜਾਏਗੀ। ਕੁਰਸੀ ਦੇਖੀ, ਮਹਾਰਾਜ ਦੇ ਸਥਾਨ ਨਹੀਂ ਦੇਖੇ, ਧੀਆਂ ਭੈਣਾਂ ਦੀ ਇੱਜ਼ਤ ਨਹੀਂ ਦੇਖੀ, ਆਪਣਾ ਸਵੈਮਾਨ ਨਹੀਂ ਦੇਖਿਆ। ਹੁਣ ਬੀਜਾਂ ਲਈ ਧੱਕੇ ਖਾਂਦੇ ਫਿਰਦੇ ਆ, ਮਿਲੇ ਨਾ ਮਿਲੇ, ਕੋਈ ਸਵਾਦ ਦਾ ਦਰਸ਼ਨ ਥੋੜ੍ਹੀ। ਜਿੱਥੇ ਦੀ ਧੂੜ ਲੈਣ ਵਾਸਤੇ ਤਰਸ ਰਹੇ ਨਨਕਾਣੇ ਦੀ, ਇਹ ਕਹਿੰਦੇ ਦੇਸ਼ ਆਜ਼ਾਦ, ਇਹ ਸਾਰਾ ਕੁਛ ਤਾਂ ਬਰਬਾਦ ਹੁਣ ਵੀ ਹੋ ਰਿਹਾ, ਹਾਲੇ ਕਿਹੜਾ ਹਟ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ, ਅੱਜ ਅਸੀਂ ਉਹਨਾਂ ਨੂੰ ਵੀ ਭੁਲਾ ਦਿੱਤਾ। ਉਹਨੇ ਤਾਂ ਸਾਨੂੰ ਬਚਾਉਣ ਲਈ ਕੁਰਬਾਨ ਕੀਤਾ ਨਾ, ਅਸੀਂ ਆਪਣਾ ਆਪ ਤਬਾਹ ਕਰਨ ਲਈ ਸਭ ਕੁਝ ਕੁਰਬਾਨ ਕਰ ਰਹੇ ਹਾਂ, ਪੱਲੇ ਕੁਛ ਵੀ ਨਹੀਂ ਰੱਖਿਆ। ਜੋ ਹਾਲ ਹੈ ਇਸ ਵੇਲੇ ਪੰਜਾਬ ਦਾ ਹੋਇਆ ਪਿਆ, ਨਸ਼ਿਆਂ 'ਚ ਗਰਕਣ ਡਏ ਆ। ਸਿੱਖੀ ਤਾਂ ਉੱਡ ਗਈ ਖੰਭ ਲਾ ਕੇ, ਕੋਈ ਭਾਗਾਂ ਵਾਲਾ। ਦੇਖ ਲਓ ਹਾਲ ਕੀ ਹੈ। ਇਹ ਤਾਂ ਮਹਾਰਾਜ ਜੀ ਹੁਣ ਕਿਰਪਾ ਕਿਤੇ ਕਰੇਗਾ, ਇਹ ਛਾਣਾ ਲੱਗੇਗਾ, ਸੁਹਾਗਾ ਫਿਰੇਗਾ, 8 ਬਲਦਾਂ ਵਾਲਾ ਫੇਕ ਤੇ ਸੂਤ ਆਉਣਾ ਕੰਮ। ਢੀਮ ਬੱਟਾ ਬਹੁਤ ਵੱਧ ਗਿਆ। ਪਾਤਸ਼ਾਹ ਕਿਰਪਾ ਕਰਕੇ ਸਮਝੌਤੀਆਂ ਦਿੰਦੇ ਹਨ, ਜੇ ਸਮਝ ਆਈਏ। ਐਸਾ ਸਤਿਗੁਰ ਜੇ ਮਿਲੈ, ਐਸਾ ਸਤਿਗੁਰ, ਧੰਨ ਨੌਵਾਂ ਪਾਤਸ਼ਾਹ ਦਸਵਾਂ, ਜਿਹੜਾ ਆਨ ਸ਼ਾਨ ਨੂੰ ਕਾਇਮ ਰੱਖੇ। ਗੁਰਸਿੱਖੀ ਪੰਥ ਉਸ ਵੇਲੇ ਸਾਜਿਆ ਜਦੋਂ 2 ਪੁੜ ਔਰੰਗਜ਼ੇਬ ਦੇ ਚੱਲ ਰਹੇ ਸੀ, ਪੀਸ ਰਹੀ ਸੀ ਦੁਨੀਆ। ਕਿ ਕਲਗੀਆਂ ਵਾਲੇ ਦੀ ਹਿੰਮਤ ਆ, ਉਹ ਕਹਿੰਦਾ ਸੀ 2 ਤੋਂ 1, ਕਹਿੰਦੇ ਲੈ ਅਸੀਂ ਨਿਆਰਾ ਹੀ ਕਰਤਾ ਕੰਮ। ਨਿਆਰਾ ਹੀ ਵੈ ਪ੍ਰਗਟਿਓ ਮਰਦ ਅਗੰਬੜਾ, ਬਰਿਆਮ ਅਕੇਲਾ, ਬਾਹਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ। ਚੇਲਾ। ਉਹਦੇ ਸਿੱਖ ਬਣਨ ਨੂੰ ਅਸੀਂ ਤਿਆਰ ਨਹੀਂ, ਤੇ ਸਾਡੀ ਸਿੱਖੀ ਕਿੱਧਰ ਚਲੇ ਗਈ ਹੈ। ਘਰ ਫੋਟੋ ਤਾਂ 10ਵੇਂ ਪਾਤਸ਼ਾਹ ਹੀ ਲਾਈ ਹੈ, ਸਿਰ ਤੇ ਪਟਕਾ, ਗੁਰਦੁਆਰੇ ਨੂੰ ਲੈ ਕੇ ਰਾਜ ਕਰੇਗਾ ਖਾਲਸਾ। ਆ ਥੱਲੇ ਮਸੀਤ ਬਣਾਈ ਫਿਰਦਾ, ਕੋਈ ਹੈਗੀ ਖਾਲਸੇ ਵਾਲੀ ਗੱਲ? ਤਮਾਸ਼ਾ ਬਣਾ ਲਿਆ ਲੋਕਾਂ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਐਸਾ ਅਮੋਲਕ ਹੈ, ਉਹਦੀ ਸਿੱਖੀ ਅਮੋਲਕ, ਉਹਦੀ ਬਾਣੀ ਅਮੋਲਕ, ਉਹਦੇ ਨਿਸ਼ਾਨ ਧਾਮ ਅਮੋਲਕ, ਉਹਦਾ ਸਾਰਾ ਕੁਛ ਹੀ ਅਮੋਲਕ ਹੈ। ਐਸਾ ਸਤਿਗੁਰ ਜੇ ਮਿਲੈ, ਐਸਾ ਸਤਿਗੁਰ ਜੇ ਮਿਲੈ। ਕਿਤੇ ਕਰਮ ਚੰਗਾ ਜਾਗ ਪਵੇ ਨਾ, ਮਹਾਰਾਜ ਮਿਲ ਜਾਣ, ਤਿਸਨੋ ਸਿਰ ਸੌਂਪੀਐ। ਉਹਨੂੰ ਫਿਰ ਆਪਾ ਭਾਵ ਤਿਆਗ ਕੇ, ਪਰਿਵਾਰ ਦਾ ਮੋਹ ਮਮਤਾ, ਆਪਣੇ ਸਰੀਰ ਦਾ ਮੋਹ ਛੱਡ ਕੇ, ਮਾਇਆ ਪਦਾਰਥਾਂ ਦਾ ਮੋਹ ਤਿਆਗ ਕੇ ਉਹਨੂੰ ਆਪਣਾ ਸਿਰ ਸੌਂਪ ਦਈਏ, ਸੀਸ ਭੇਟ ਕਰ ਦੇਣਾ ਕਰੀਏ। ਵਿਚਹੁ ਆਪ ਜਾਏ, ਵਿੱਚੋਂ ਆਪਾ ਭਾਵ, ਇਹ ਜਿਹੜਾ ਹੰਕਾਰ ਵਾਲੀ ਬਿਮਾਰੀ ਹੈ ਨਾ, ਇਹ ਵੀ ਵਿੱਚੋਂ ਚਲੇ ਜਾਏ। ਜਿਸ ਦਾ ਜੀਉ ਤਿਸ ਮਿਲ ਰਹੈ। ਜਿਸਨੇ ਜੀਵ ਕਲਾ ਦਿੱਤੀ ਹੈ ਨਾ, ਹੁਣ ਤਾਂ ਕਈਆਂ ਨਾਲ ਮਿਲਦਾ ਫਿਰਦਾ, ਫਿਰ ਉਹਦੇ ਨਾਲ ਮਿਲ ਜਾ। ਜਿਸ ਨੇ ਜੀਵ ਕਲਾ, ਚੇਤਨ ਕਲਾ ਦਿੱਤੀ ਆ ਨਾ, ਉਸ ਪਰਮਾਤਮਾ ਨਾਲ ਮਿਲ ਕੇ ਰਹਿ। ਜਦੋਂ ਉਹਦੇ ਨਾਲ ਮਿਲ ਕੇ ਰਹਾਂਗੇ ਫਿਰ ਆਪਣੀ ਮਰਜ਼ੀ ਆਪਾਂ ਕਰਾਂਗੇ ਨਹੀਂ। ਹੁਣ ਉਹਨੂੰ ਮਿਲਣਾ ਛੱਡਤਾ ਤਾਂ ਹੀ ਮਰਜ਼ੀਆਂ ਕਰਦੇ ਹਾਂ, ਅਤੇ ਜੇ ਉਹਨੂੰ ਮਿਲਾਂਗੇ ਫਿਰ ਮਨ ਮਰਜ਼ੀ ਕਿਵੇਂ ਕਰਾਂਗੇ। ਹੁਣ ਯੋਗ ਹੈ ਇਸ ਵੇਲੇ ਮਨ ਮਰਜ਼ੀ ਦਾ ਹੀ ਹੈ। ਕਹਿੰਦਾ ਮੇਰੀ ਮਰਜ਼ੀ ਮੈਂ ਜਿਵੇਂ ਮਰਜ਼ੀ ਕਰਾਂ। ਜੇ ਕਹੀਏ ਕੇਸ ਦਾੜੀ, ਕਹਿੰਦੇ ਜੀ ਸਾਡੀ ਖੇਤੀ ਜਿਵੇਂ ਮਰਜ਼ੀ ਕਰੀਏ। ਤੂੰ ਖੇਤੀ ਕਿੱਥੋਂ ਲਿਆ? ਇਸ ਤਰ੍ਹਾਂ ਮਨਮੁਖ ਲੋਕ
ਪੁੱਠੀਆਂ ਗੱਲਾਂ ਕਰਦੇ ਆ। ਸੋ ਮਹਾਰਾਜ ਇਹ ਸਰੀਰ ਤੇਰੀ ਚਿਤਰਾਈ ਨਾ ਪੈਦਾ ਹੋਇਆ, ਇਹ ਸਵਾਸ ਤੇਰੀ ਚਿਤਰਾਈ ਨਾ ਚੱਲ ਰਹੇ ਆ। ਤੈਨੂੰ ਅੱਖਾਂ ਮਿਲੀਆਂ, ਨੱਕ ਕੰਨ ਮਿਲੇ, ਹੱਥ ਪੈਰ ਮਿਲੇ, ਤੇਰੀ ਚਿਤਰਾਈ ਨਾ। ਕਈ ਡੁੱਡੇ ਪਿੰਗਲੇ ਵੀ ਆ ਗਏ ਆ, ਮਨਾਖੇ ਵੀ ਆ, ਬੋਲੇ ਵੀ ਆ ਗਏ, ਗੂੰਗੇ ਵੀ ਆ ਗਏ ਆ, ਪਾਗਲ ਵੀ ਹੈਗੇ ਬਹੁਤ। ਹੁਣ ਪਾਗਲ ਵੀ ਬਹੁਤ ਹੈਗੇ ਆ। ਇੱਕ ਤਾਂ ਕਿਸੇ ਕਰਮ ਦੇ ਰੋਗੀ ਆ ਨਾ ਪਾਗਲ, ਆ ਨਸ਼ਾ ਖਾ ਖਾ ਪਾਗਲ ਹੋ ਰਹੇ। ਕਹਿੰਦੇ ਦਿਮਾਗ ਦੀ ਲੋੜ ਨਹੀਂ ਆਪਾਂ ਨੂੰ, ਤੇ ਹੁਣ ਆ ਵੋਟਾਂ 'ਚ ਕਈਆਂ ਨੇ ਪਾਗਲ ਹੋਣਾ। ਨਸ਼ਾ ਚੱਲਦਾ, ਪਾਗਲ ਹੋ ਕੇ ਜਿਹੜੇ ਵੋਟ ਪਾਊਗਾ ਫੇਰ ਚੋਣ ਸਹੀ ਕਿਵੇਂ ਹੋਏਗੀ? ਜਿਹਦਾ ਦਿਮਾਗ ਦਾ ਸੰਤੁਲਨ ਸਹੀ ਹੋਊ, ਸੋਚ ਸਹੀ ਹੋਊ, ਫੇਰ ਤਾਂ ਉਹ ਸਹੀ ਇਸਤੇਮਾਲ ਕਰੇਗਾ। ਤੇ ਜਦੋਂ ਨਸ਼ਾ ਖਾ ਕੇ ਪਾਗਲ ਹੋ ਗਿਆ ਤੇ ਫਿਰ ਉਹਨਾਂ ਨੂੰ ਕਹੇ ਜੇ ਆਪਾਂ ਜ਼ਿਆਦਾ ਪਾਗਲ ਕਰ ਲਏ ਫੇਰ ਹੀ ਆਪਣੀ ਪਰਚੀ ਮਿਲੂ। ਇਹ ਸੰਸਾਰ ਦਾ ਦੇਖ ਲਓ ਵਾਤਾਵਰਨ ਕੈਸਾ ਬਣਿਆ ਹੋਇਆ। ਸੰਸਾਰ ਅੰਮ੍ਰਿਤ ਪੀਣ ਲਈ ਕੋਈ ਤਿਆਰ ਨਹੀਂ। ਅੰਮ੍ਰਿਤ ਕੌਰਾ ਵੇਖਿਆ ਮੀਠੀ, ਸਾਖਤ ਕੀ ਵਿਦ ਨੈਨੋ ਡੀਠੀ। ਕਹਿਣਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਕੰਮ ਕਰੋ। ਗੁਰੂ ਗ੍ਰੰਥ ਸਾਹਿਬ ਤੋਂ ਤਾਂ ਆਪਾਂ ਕਰੋੜਾਂ ਕੋ ਪਰੇ ਚਲੇ ਗਏ। ਜੇ ਇਹਦਾ ਬਚਨ ਮੰਨਦੇ ਹੁੰਦੇ ਅੱਜ ਆ ਸਾਰਾ ਪੰਜਾਬ ਕੀ ਦੁਨੀਆ ਸੱਚਖੰਡ ਬਣ ਜਾਂਦੀ। ਐਸਾ ਸੁੰਦਰ ਉਪਦੇਸ਼ ਮਹਾਰਾਜ ਦਾ। ਇੱਕੋ ਹੀ ਹਵਾ ਫਿਰ ਗਈ ਹੈ ਬਿਮਾਰੀ। ਸਾਰਾ ਸੰਸਾਰ ਕਿੱਧਰ ਤੁਰਿਆ ਹੋਇਆ, ਅੱਖਾਂ ਨਾਲ ਦੇਖੀ ਵੀ ਜਾਂਦੇ ਆ, ਠੇਡੇ ਵੀ ਖਾਈ ਜਾਂਦੇ ਆ। ਫੇਰ ਕਹਿੰਦੇ ਡਿੱਗਣਾ ਆਪਾਂ ਉਸ ਖੂਹ 'ਚ ਜਿਵੇਂ ਭੇਡ ਡਿੱਗ ਜਾਂਦੀ ਭੇਡ ਦੇ ਮਗਰ। ਦੇਖਾ ਦੇਖੀ ਸਵਾਂਗਤਰ ਭੂਲੇ ਭਟਕਾ ਖਾਏ। ਇਹ ਸਾਡੀ ਦਸ਼ਾ ਬਣੀ ਹੋਈ ਹੈ। ਮਹਾਰਾਜ ਕਹਿੰਦੇ ਵਿੱਚੋਂ ਆਪ ਜਾਏ, ਵਿੱਚੋਂ ਆਪਾ ਭਾਵ ਹੰਕਾਰ ਚਲੇ ਜਾਏ, ਫਿਰ ਨਾਮ ਦੀ ਕਣੀ ਅੰਦਰ ਵੜਦੀ ਹੈ। ਜਿੱਥੇ ਹਉਮੈ ਉੱਥੇ ਨਾਮ ਨਹੀਂ ਆਉਂਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸ ਹੈ ਇੱਕ। ਇਹ ਦੋ ਚੀਜ਼ਾਂ ਇੱਕ ਜਗ੍ਹਾ ਨਹੀਂ। ਹਨੇਰਾ ਤੇ ਪ੍ਰਕਾਸ਼ ਇਕੱਠੇ ਕਿਵੇਂ ਰਹਿਣਗੇ? ਰਹਿਣਗੇ? ਜਿਵੇਂ ਪ੍ਰਕਾਸ਼ ਆ ਗਿਆ ਫਿਰ ਤਾਂ ਹਨੇਰਾ ਪੂਛ ਪਾਛ ਦੁੰਬਦਾਂ ਬਚਾ ਕੇ ਦੌੜ ਜਾਊਗਾ, ਇਹ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਹਉਮੈ, ਇਹ ਹਉਮੈ ਵਿੱਚੋਂ ਚਲੇ ਜਾਏ। ਜਿਸ ਦਾ ਜੀਉ ਤਿਸ ਮਿਲ ਰਹੈ। ਜਿਸ ਦਾ ਇਹ ਜੀਉ ਜੀਵ ਕਲਾ ਇਹ ਸ਼ਕਤੀ ਬਖਸ਼ੀ ਹੈ, ਉਸ ਮਾਲਕ ਨਾਲ ਮਿਲ ਕੇ ਰਹੇ। ਹਰ ਵਸੈ ਮਨ ਆਏ। ਹਰੀ ਪਰਮੇਸ਼ਰ ਦਾ ਨਾਮ ਮਨ 'ਚ ਆ ਕੇ ਬਸ ਜਾਵੇ। ਹਰ ਆਪ ਅਮੁੱਲਕ ਹੈ। ਉਹ ਨਿਰੰਕਾਰ ਪਰਮੇਸ਼ਰ ਆਪ ਬੜਾ ਅਮੋਲਕ। ਉਹਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਵੀ ਬੜਾ ਅਮੋਲਕ ਹੈ। ਭਾਗ ਤਿਨਾ ਕੇ ਨਾਨਕਾ। ਪਾਤਸ਼ਾਹ ਕਹਿੰਦੇ ਉਹਨਾਂ ਦੇ ਭਾਗ ਚੰਗੇ ਹਨ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੁਆਰਾ ਤੀਸਰੇ ਸਤਿਗੁਰੂ ਨਿਮਾਣਿਆਂ ਦੇ ਮਾਣ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਹਨ। ਜਿਨ ਹਰ ਪੱਲੇ ਪਾਏ। ਜਿਨ੍ਹਾਂ ਨੇ ਹਰੀ ਦਾ ਨਾਮ ਆਪਣੇ ਬੁੱਧੀ ਰੂਪੀ ਪੱਲੇ 'ਚ ਪਾ ਲਿਆ। ਹੁਣ ਤਾਂ ਕੂੜਾ ਹੀ ਪਾਈ ਫਿਰਦੇ ਆ ਨਾ। ਕੂੜਾ ਕਹਿੰਦੇ ਨਾ ਬਾਬਾ ਫਰੀਦ, ਉਹ ਕੂੜਾ ਸੌਦਾ ਕਰ ਗਿਆ ਤੇ ਗੋਰੀ ਜਾਏ ਪਏ ਕਬਰਾਂ 'ਚ ਪਏ ਆ। ਇਹ ਸਾਰੀ ਉਮਰ ਕੂੜਾ ਹੀ ਸੌਦਾ ਕਰਦੇ ਸੀ। ਬਸ ਫਿਰ ਕੀੜੇ ਕੂੜੇ ਖਾ ਜਾਂਦੇ ਆ। ਪਹਿਲਾਂ ਉਹ ਲੋਕਾਂ ਨੂੰ ਖਾਂਦੇ ਸੀ, ਫਿਰ ਉਹਨਾਂ ਨੂੰ ਕੀੜੇ ਖਾਈ ਜਾਂਦੇ ਆ। ਇਸ ਵਾਸਤੇ ਸੱਚ ਦੇ ਵਪਾਰੀਆ ਵਪਾਰ ਕਰ ਲੈ, ਬੇੜਾ ਭਵ ਸਾਗਰਾਂ ਤੋਂ ਪਾਰ ਕਰ ਲੈ। ਸੱਚ ਦਾ ਵਪਾਰ ਕਰਨਾ ਹੈ। ਫਿਰ ਪੜ੍ਹ ਦਿਓ ਪੰਗਤੀਆਂ ਆਖਰੀ। ਜਿਸ ਦਾ ਜੀਉ ਤਿਸ ਮਿਲ ਰਹੈ। ਹਰ ਵਸੈ ਮਨ ਆਏ। ਹਰ ਆਪ ਅਮੁੱਲਕ ਹੈ। ਭਾਗ ਤਿਨਾ ਕੇ ਨਾਨਕਾ। ਜਿਨ ਹਰ ਪੱਲੇ ਪਾਏ। ਇਹ ਪਿਆਰੇ ਸਤਸੰਗੀਓ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੰਗਤ ਦੇ ਵਿੱਚ ਆਪ ਜੀ ਨੇ ਸਜ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਨੂੰ ਦੇਣ ਵਾਲੀ ਇਹ ਆਨੰਦ ਸਾਹਿਬ ਦੀ ਪਾਵਨ ਬਾਣੀ, ਇਸ ਦੇ ਵਿਚਾਰ ਸ਼ਰਵਣ ਕੀਤੇ ਹੈ। ਅਗਰ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰੀਏ, ਇਹ ਆਨੰਦ ਘਣਾ, ਫਿਰ ਆਨੰਦ ਹੀ ਆਨੰਦ ਹੈ। ਲੋਕ ਆਨੰਦ ਲਾਈਦੇ ਫਿਰਦੇ ਆ, ਕੋਈ ਕਿਤੋਂ ਲਾਈਦਾ ਫਿਰਦਾ, ਸਿਲਮਿਆਂ 'ਚ ਆ, ਨਕਲਾਂ 'ਚ ਆ, ਰਾਸਾਂ ਮੁਜਰਿਆਂ ਵਿੱਚ, ਕਲੱਬਾਂ ਪੱਬਾਂ ਵਿੱਚ, ਗਲਤ ਸੁਸਾਇਟੀਆਂ 'ਚ ਆਨੰਦ ਲਾਈਦੇ ਨੇ। ਜਿਹੜਾ ਪੱਲੇ ਹੁੰਦਾ ਉਹ ਵੀ ਚਲੇ ਜਾਂਦਾ। ਇਹ ਆਨੰਦ ਦਾ ਸੋਮਾ, ਆਨੰਦ ਨੂੰ ਹਮੇਸ਼ਾ ਪ੍ਰਵਾਹਿਤ ਕਰਨ ਵਾਲੀ ਇਹ ਅੰਮ੍ਰਿਤ ਰੂਪ ਬਾਣੀ ਸ਼੍ਰੀ ਆਨੰਦ ਸਾਹਿਬ, ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ, ਉਹਨੂੰ ਮੁੱਖ ਰੱਖ ਕੇ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਮੁਖਾਰਬਿੰਦ ਤੋਂ ਇਹ ਬਖਸ਼ਿਸ਼ ਕੀਤੀ ਹੈ। ਸਾਡਾ ਕੋਈ ਕਰਮ ਚੰਗਾ ਸੀ ਜਿਹੜਾ ਅਸੀਂ ਮਹਾਰਾਜ ਦੇ ਚਰਨਾਂ 'ਚ ਬਹਿ ਕੇ ਇਹ ਬਾਣੀ ਸੁਣੀ ਹੈ, ਅਤੇ ਜੇ ਫਿਰ ਇਹਨੂੰ ਮੰਨ ਕੇ ਗ੍ਰਹਿਣ ਕਰ ਲਾਂਗੇ ਨਾ, ਫਿਰ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਵੀ ਇਹ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਨਿਵਾਸ ਕਰਨ। ਮਹਾਰਾਜ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਦੇ ਵਿੱਚ ਏਕਤਾ, ਇਤਫਾਕ ਔਰ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਗਿਆਨੀ ਜੀ ਤੋਂ ਆਨੰਦ ਸਾਹਿਬ ਦਾ ਪਾਠ ਸਰਵਣ ਕਰੋ, ਫਿਰ ਅਰਦਾਸ ਬੇਨਤੀ, ਸ਼੍ਰੀ ਮੁਖ ਵਾਕ, ਫਿਰ ਪ੍ਰਸ਼ਾਦ ਲੈ ਕੇ ਜਾਣ ਦੀ ਕਿਰਪਾ ਕਰਿਓ। ਅਤੇ ਬਾਕੀ ਸੱਚ ਦਾ ਪੱਲਾ ਫੜੋ, ਫਿਰ ਮਹਾਰਾਜ ਕਿਰਪਾ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।